ਸਿਰ ਚਰਨਨ ਪਰ ਧਾਰ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਫਫਰੇ ਗ੍ਰਾਮ ਬਿਖੈ ਬਸੈ ਬਹਿਲੋ ਸ਼੍ਰੇਸ਼ਟ ਜਾਟ। ਖੂੰਡੀ ਕਰ ਮਹਿ ਧਾਰਿਕ ਕਰਹਿ ਸ਼ੇਖ ਕੋਠਾਟ। ਫਫਰੇ ਗ੍ਰਾਮ ਬਿਖੈ ਬਸੈ ਬਹਿਲੋ ਸ੍ਰੇਸ਼ਟ ਜਾਟ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਮੂਹ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਡੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀਗੇ। ਆਓ ਕੁਝ ਸਮਾਂ ਹੁਣ ਆਪਾਂ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗੁਰੂਆਂ ਦੇ ਗੁਰੂ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮਹਾਨ ਪਵਿੱਤਰ ਸਰੋਵਰ ਦੀ ਸੇਵਾ ਕਰਵਾ ਰਹੇ ਹਨ। ਉਸ ਦੌਰਾਨ ਭਾਈ ਬਹੌੜਾ ਜੀ ਦਾ ਜੀਵਨ ਆਪ ਜੀ ਨੇ ਸਰਵਣ ਕੀਤਾ। ਭਾਈ ਬਹੌੜਾ ਜੀ ਜੋ ਕਿ ਸੁਨਿਆਰੇ ਦੀ ਕਿਰਤ ਕਰਦੇ ਸਨ, ਪਰ ਕਿਸੇ ਨੂੰ ਵੀ ਨਿਆਂ ਨਹੀਂ ਸੀ ਦਿੰਦੇ। ਮਾਇਆ ਵੱਧ ਲੈਂਦੇ ਸਨ, ਸੋਨਾ ਘੱਟ ਪਾਉਂਦੇ ਸਨ। ਮਹਾਰਾਜ ਨੇ ਕਿਰਪਾ ਕੀਤੀ। ਭਾਈ ਬਹੌੜਾ ਜੀ ਨੇ ਸੱਚ ਸੱਚ ਜਦੋਂ ਗੁਰੂ ਸਾਹਿਬ ਨੂੰ ਸਾਰਾ ਕੁਝ ਦੱਸਿਆ, ਇਮਾਨਦਾਰੀ ਵਰਤੀ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਦਾਤ ਭਾਈ ਬਹੌੜਾ ਜੀ ਨੂੰ ਦਿੱਤੀ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਸਭ ਤੋਂ ਵੱਡੀ ਜਿਹੜੀ ਦਾਤ ਹੈ ਉਹ ਨਾਮ ਦੀ ਹੀ ਦਾਤ ਹੈ। ਨਾਮ ਦੀ ਦਾਤ ਹੈ। ਸਤਿਗੁਰ ਪੂਰਾ ਨਾਮ ਦੀਆ, ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥੀਆ। ਜਿਸ ਦੇ ਕੋਲ ਨਾਮ ਦੀ ਦਾਤ ਹੁੰਦੀ ਹੈ ਨਾ, ਉਹਦੇ ਸਾਰੇ ਕਾਰਜ ਹੀ ਸੰਪੂਰਨ ਹੁੰਦੇ ਹਨ। ਆਪਣੇ ਤੌਰ 'ਤੇ ਪ੍ਰੇਮੀ ਗੁਰਸਿੱਖ ਬਹੁਤ ਅਭਿਆਸ ਭਜਨ ਬੰਦਗੀ ਕਰਦੇ ਹੈ, ਕਰਨੀ ਚਾਹੀਦੀ ਹੈ, ਪਰ ਜਿਹਦੇ ਉੱਤੇ ਮਹਾਰਾਜ ਖੁਸ਼ ਹੁੰਦੇ ਆ ਨਾ, ਨਾਮ ਦੀ ਦਾਤ ਉਹਦੇ ਹਿਰਦੇ ਵਿੱਚ ਟਿਕਾਉਂਦੇ ਹਨ। ਉਸ ਸਿੱਖ ਦੀ ਫਿਰ ਅਵਸਥਾ ਪਤਾ ਕੀ ਬਣਦੀ ਹੈ? ਬੋਲੇ ਭਾਵੇਂ ਨਾ ਬੋਲੇ, ਨਾਮ ਉਹਦੇ ਅੰਦਰ ਚੱਲਦਾ ਹੀ ਰਹਿੰਦਾ ਹੈ ਜੀ, ਚੱਲਦਾ ਹੀ ਰਹਿੰਦਾ ਹੈ। ਸਿਮਰਨ ਨਹੀਂ ਬੰਦ ਹੁੰਦਾ, ਨਾਮ ਨਹੀਂ ਬੰਦ ਹੁੰਦਾ।
ਭਾਈ ਬਹੌੜਾ ਜੀ ਉੱਤੇ ਬਹੁਤੀ ਵੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਆਖਿਆ ਭਾਈ ਬਹੌੜੇ ਹੁਣ ਤੂੰ ਘਰ ਜਾ, ਨਾਮ ਜਪ, ਲੰਗਰ ਛਕਾ ਸੰਗਤਾਂ ਨੂੰ। ਸੋ ਭਾਈ ਬਹੌੜਾ ਜੀ ਨੇ ਇਸੇ ਤਰ੍ਹਾਂ ਕੀਤਾ। ਤੁਸਾਂ ਸੁਣਿਆ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਮਾਲ ਕਰ ਦਿੱਤੀ। ਜਦੋਂ ਸਰੋਵਰ ਦੀ ਸੇਵਾ ਹੋ ਰਹੀ ਹੈ, ਬੇਅੰਤ ਸਿੱਖ ਮਹਾਰਾਜ ਜੀ ਦੇ ਕੋਲ ਆਉਂਦੇ ਹਨ। ਮਹਾਰਾਜ ਸਾਰਿਆਂ ਤੇ ਬਖਸ਼ਿਸ਼ਾਂ ਕਰਦੇ, ਕਿਰਪਾ ਕਰਦੇ ਆ। ਸਾਰਿਆਂ ਨੂੰ ਹੀ ਸੱਚੇ ਪਾਤਸ਼ਾਹ ਕੋਈ ਨਾ ਕੋਈ ਕਿਣਕਾ ਦਿੰਦੇ ਆ। ਰਿੱਧੀਆਂ ਸਿੱਧੀਆਂ ਬਖਸ਼ਿਸ਼ਾਂ ਪਤਾ ਨਹੀਂ ਕਿੰਨਿਆਂ ਕੁ ਨੂੰ ਮਹਾਰਾਜ ਗਰੀਬ ਨਵਾਜ ਜੀ ਵਰਤਾ ਰਹੇ ਹਨ। ਦੂਰੋਂ ਦੂਰੋਂ ਸਿੱਖ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਰਹੀਆਂ ਹਨ। ਉਹ ਸੰਗਤਾਂ ਸੇਵਾਵਾਂ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਹਨ। ਕੁਝ ਪ੍ਰੇਮੀ ਜਿਹੜੇ ਪਿਸ਼ਾਵਰ, ਕੰਧਾਰ, ਕਾਬਲ ਇਹਨਾਂ ਇਲਾਕਿਆਂ 'ਚੋਂ ਆਏ, ਕੁਝ ਦਿਨ ਉਹਨਾਂ ਅਸੀਂ ਸੇਵਾ ਕੀਤੀ। ਸੇਵਾ ਕਰਕੇ ਜਦੋਂ ਜਾਣ ਲੱਗੇ, ਆਗਿਆ ਮੰਗੀ ਨਾ, ਮਹਾਰਾਜ ਗੁਰੂ ਅਰਜਨ ਸਾਹਿਬ ਪ੍ਰੇਮੀ ਨੂੰ ਕਹਿੰਦੇ, ਭਾਈ ਤੇਰੇ ਕਿੰਨੇ ਪੁੱਤਰ ਨੇ? ਕਹਿੰਦਾ, ਮਹਾਰਾਜ ਮੇਰੇ 4 ਪੁੱਤਰ ਨੇ। ਮਹਾਰਾਜ ਕਹਿੰਦੇ, ਫਿਰ 2 ਸਾਨੂੰ ਦੇ ਕੇ ਜਾ, 2 ਤੂੰ ਰੱਖ ਲਾ, 2 ਸਾਨੂੰ ਦੇ ਕੇ ਜਾ। ਅਸੀਂ ਤੇਰੇ ਪੁੱਤਰਾਂ ਨੂੰ ਇੱਥੇ ਦੁਕਾਨਾਂ ਪਾ ਕੇ ਦਿਆਂਗੇ, ਉਹ ਇੱਥੇ ਵਪਾਰ ਕਰਿਆ ਕਰਨਗੇ। ਜਿਹੜੇ 2 ਪੁੱਤਰ ਸਨ, ਉਹਦਾ 1 ਪੁੱਤਰ ਮਹਾਰਾਜ ਨੇ ਰੱਖ ਲਿਆ। ਉਹਨਾਂ ਨੂੰ ਦੁਕਾਨਾਂ ਵੀ ਬਣਵਾ ਕੇ ਦਿੱਤੀਆਂ। ਇਸ ਤਰੀਕੇ ਨਾਲ ਬਹੁਤ ਹੀ ਦੂਰੋਂ ਦੂਰੋਂ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਘਰ ਵੀ ਬਣਾਉਣ ਲੱਗ ਪਈਆਂ ਤੇ ਦੁਕਾਨਾਂ ਵੀ ਬਣਾਉਣ ਲੱਗ ਪਈਆਂ ਜੀ। ਅੰਮ੍ਰਿਤਸਰ ਸਾਹਿਬ ਹੌਲੀ ਹੌਲੀ ਜਿਹੜਾ ਹੈ ਉਹ ਵਸਿਆ ਹੈ। ਚੇਤਾ ਰੱਖਿਓ, ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਆਪਾਂ ਗੁਰੂ ਰਾਮਦਾਸ ਜੀ ਦਾ ਘਰ ਮੰਨਦੇ ਹਾਂ। ਗੁਰੂ ਰਾਮਦਾਸ ਜੀ ਦਾ ਮਹਾਨ ਪਵਿੱਤਰ ਅਸਥਾਨ ਹੈ, ਪਰ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਬੜੀਆਂ ਮਿਹਰਾਂ ਕੀਤੀਆਂ ਨੇ, ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ। ਗੁਰੂ ਬਾਜ਼ਾਰ ਜਿਹੜਾ ਹੈ ਨਾ, ਉਹ ਸੱਚੇ ਪਾਤਸ਼ਾਹ ਜੀ ਨੇ ਬਣਵਾਇਆ ਜੀ। ਅੱਜ ਵੀ ਪੁਰਾਣੇ ਵਸੇ ਹੋਏ ਜਿਹੜੇ ਲੋਕ ਨੇ, ਗੁਰੂ ਸਾਹਿਬ ਦੇ ਸਮੇਂ ਦੇ ਵਸੇ ਹੋਏ ਜਿਹੜੇ ਲੋਕ ਨੇ ਨਾ, ਅੱਜ ਵੀ ਬਾਜ਼ਾਰ ਵਿੱਚ ਉਹਨਾਂ ਦੀਆਂ ਦੁਕਾਨਾਂ ਹੈਗੀਆਂ ਨੇ ਜੀ। ਸੋ ਕਈ ਸਿੱਖ ਤੇ ਆਪ ਮਹਾਰਾਜ ਜੀ ਦੇ ਕੋਲ ਆਉਂਦੇ ਆ ਨਾ, ਕਈਆਂ ਨੂੰ ਗੁਰੂ ਸਾਹਿਬ ਆਪ ਸੱਦਦੇ ਆ, ਆਪ ਬੁਲਾਉਂਦੇ ਆ। ਹੁਣ ਉਹ ਕਥਾ ਅੱਗੋਂ ਆਪਾਂ ਪਿਆਰ ਨਾਲ ਸਰਵਣ ਕਰੀਏ। ਦੋਵੇਂ ਹੱਥ ਜੋੜੋ, ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਭ ਮਹਾਰਾਜ। ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਫਰੇ ਗ੍ਰਾਮ ਬਿਖੈ ਬਸੈ, ਬਹਿਲੋ ਸ੍ਰੇਸ਼ਟ ਜਾਟ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਫਫਰੇ ਪਿੰਡ ਦੇ ਵਿੱਚ ਇੱਕ ਜੱਟ ਰਹਿੰਦਾ ਹੈ ਜੀ, ਕਿਸਾਨ ਰਹਿੰਦਾ ਹੈ। ਉਹਦਾ ਨਾਮ ਹੈ ਭਾਈ ਬਹਿਲੋ ਜੀ। ਕੀ ਨਾਮ ਹੈ? ਭਾਈ ਬਹਿਲੋ ਜੀ। ਹਾਂਜੀ। ਖੂੰਡੀ ਕਰ ਮਹਿ ਧਾਰ ਕੈ, ਕਰ ਹੈ ਸ਼ੇਖ ਕੋ ਠਾਟ। ਹੈ ਤੇ ਕਿਸਾਨ ਹੈ, ਪਰ ਉਹਨੇ ਨਵੀਂ ਮਰਿਆਦਾ ਬਣਾਈ ਆਪਣੀ ਜੀ। ਪਤਾ ਕੀ ਜੀ, ਹੱਥ 'ਚ ਖੁੰਡੀ ਫੜ ਲੈਣੀ, ਸਖੀ ਸਰਵਰੀਆਂ ਨੂੰ ਮੰਨਣ ਲੱਗ ਪਿਆ, ਹਰੇ ਕੱਪੜੇ ਪਾ ਲਏ, ਸ਼ੇਖ ਬਣ ਗਿਆ ਜੀ। ਸ਼ੇਖ ਜੀ, ਜਿਵੇਂ ਮੁਸਲਮਾਨ ਧਰਮ 'ਚ ਮੁੱਲਾ ਹੁੰਦੇ ਆ, ਕਾਜੀ ਹੁੰਦੇ ਆ, ਪੀਰ ਹੁੰਦੇ ਆ, ਔਲੀਏ ਹੁੰਦੇ ਆ, ਸ਼ੇਖ ਹੁੰਦੇ ਆ, ਮਸਾਇਕ ਹੁੰਦੇ ਆ। ਇੱਥੇ ਆਪਣੇ ਪੰਥ ਵਿੱਚ ਸਿੱਖ ਹੈ, ਗੁਰਸਿੱਖ ਹੈ, ਗੁਰਮੁਖ ਹੈ, ਸਾਧ ਸੰਗਤ ਜੀ, ਸਾਧੂ ਹੈ, ਸੰਤ ਹੈ, ਬ੍ਰਹਮ ਗਿਆਨੀ ਹੈ। ਉਹ ਸ਼ੇਖ ਬਣ ਗਿਆ ਜੀ। ਹਾਂਜੀ। ਚੌਪਈ ਬਹੁਤੇ ਮਾਨੁਖ ਸੰਗ ਲਗਾਏ। ਉਹਨੇ ਨਾ ਜੀ ਬਹੁਤ ਸਾਰੇ ਮਨੁੱਖ ਆਪਣੇ ਮਗਰ ਲਾ ਲਏ ਜੀ, ਆਪਣੇ ਪਿੱਛੇ ਲਾ ਲਏ ਜੀ। ਹਾਂਜੀ। ਪਰਸਹਿ ਜਾਏ ਨਿਗਾਹੇ ਥਾਏ। ਤੇ ਸਖੀ ਸਰਵਰੀਆਂ ਦਾ ਇੱਕ ਮੁਕਾਮ ਹੈ ਨਿਗਾਹਾ, ਜਿਹਨੂੰ ਪੀਰ ਨਿਗਾਹੇ ਵਾਲਾ ਵੀ ਕਹਿੰਦੇ ਆ ਜੀ। ਹਾਂਜੀ, ਨਿਗਾਹੇ ਵਾਲਾ ਪੀਰ ਕਹਿੰਦੇ ਆ।
ਉੱਥੇ ਕਹਿੰਦੇ ਆ ਬੀਬੀਆਂ ਨਹੀਂ ਮੱਥਾ ਟੇਕਣ ਜਾ ਸਕਦੀਆਂ। ਤੇ ਸ਼ੁਕਰ ਕਰਿਆ ਕਰੋ ਸੱਚੇ ਪਾਤਸ਼ਾਹ ਦਾ, ਸਾਨੂੰ ਇਹੋ ਜਿਹੀ ਦਲਦਲ ਵਿੱਚੋਂ ਮਹਾਰਾਜ ਨੇ ਕੱਢਿਆ, ਇੱਥੇ ਸਾਰੇ ਆ ਸਕਦੇ ਆ ਜੀ। ਤੁਸੀਂ ਵੇਖੋ ਕਦੀ ਇਹੋ ਜਿਹੀ ਵੀ ਗੱਲ ਹੈਗੀ ਹੈ, ਇੱਕ ਮਾਸਟਰ ਬੱਚਿਆਂ ਨੂੰ ਪੜ੍ਹਾ ਰਿਹਾ ਹੋਵੇ, ਇੱਕ ਬੱਚੇ ਨੂੰ ਸਾਹਮਣੇ ਬਿਠਾ ਲੇ, ਦੂਜੇ ਨੂੰ ਕਹੇ ਤੂੰ ਮੇਰੇ ਮੱਥੇ ਨਾ ਲੱਗ, ਤੇ ਪਾਸ ਤੇ ਫਿਰ ਉਹੀ ਹੀ ਹੋਏਗਾ ਨਾ ਜਿਹੜਾ ਸਾਹਮਣੇ ਬਹਿ ਕੇ ਪੜ੍ਹਿਆ। ਜਿਹਨੂੰ ਕਿਹਾ ਮੱਥੇ ਹੀ ਨਾ ਲੱਗ, ਉਹ ਕਿਵੇਂ ਪਾਸ ਹੋਏਗਾ ਜੀ। ਪੀਰ ਨਗਾਹੇ ਵਾਲੇ ਦੇ ਥਾਂ ਤੇ ਉਹ ਜਾਂਦਾ ਹੈ, ਉਹਦਾ ਚੇਲਾ ਬਣਿਆ ਹੋਇਆ ਹੈ ਭਾਈ ਬਹਿਲੋ ਜੀ। ਹਾਂਜੀ, ਸਰਵਰ ਕੋ ਮੁਰੀਦ ਨਿਤ ਰਹੈ, ਤੇ ਸਦਾ ਆਪਣੇ ਮਨੋਂ ਤਨੋਂ ਪੀਰ ਦਾ ਚੇਲਾ ਬਣਿਆ ਜੀ। ਭਾਈ ਬਹਿਲੋ ਜੀ ਪੀਰ ਦੇ ਚੇਲੇ ਬਣੇ ਹੋਏ ਨੇ ਜੀ। ਹਾਂਜੀ, ਸੁਲਤਾਨੀ ਤਿਸ ਕੋ ਸਭ ਕਹੈ, ਤੇ ਸਾਰੇ ਭਾਈ ਬਹਿਲੋ ਜੀ ਨੂੰ ਪਤਾ ਕੀ ਕਹਿੰਦੇ ਆ? ਕਹਿੰਦੇ ਆ ਸੁਲਤਾਨ ਜੀ, ਸੁਲਤਾਨ ਜੀ, ਸੁਲਤਾਨ ਜੀ, ਸੁਲਤਾਨੀ ਸੁਲਤਾਨੀ ਨਾਮ ਪ੍ਰਚਲਿਤ ਹੋ ਗਿਆ ਜੀ। ਲੋਕ ਮੱਥਾ ਟੇਕਣ ਲੱਗ ਪਏ ਜੀ, ਭਾਈ ਬਹਿਲੋ ਜੀ ਦਾ ਸਤਿਕਾਰ ਹੋਣ ਲੱਗ ਪਿਆ ਜੀ ਬੜਾ। ਹਾਂਜੀ, ਗੁਰੂ ਹੁਕਮਨਾਮਾ ਸੋ ਪਠਾਇਓ, ਵਾਹ ਵਾਹ, ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਾਣੀ ਜਾਣਦੇ ਆ। ਭਾਈ ਬਹਿਲੋ ਜੀ ਸਾਡੇ ਪਿਆਰੇ ਨੇ, ਬਸ ਚੇਤਾ ਰੱਖਿਓ ਸਿੱਖ ਆਪਾਂ ਜਿਸ ਗੁਰੂ ਦੇ ਆ ਨਾ, ਸਾਡੇ ਸੱਚੇ ਪਾਤਸ਼ਾਹ ਜੀ ਨੂੰ ਸਾਡੀ ਬੜੀ ਚਿੰਤਾ ਹੈ। ਇਹੋ ਜਿਹੀ ਗੱਲ ਨਹੀਂ ਹੈਗੀ ਵੀ ਸਾਨੂੰ ਦੂਜੇ ਬੰਦੇ ਤੁਰੇ ਫਿਰਨ ਦੇਣਗੇ। ਮਹਾਰਾਜ ਨੂੰ ਪਤਾ ਹੈ ਸਾਡਾ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਲਿਖ ਕੇ ਭੇਜਿਆ ਜੀ ਭਾਈ ਬਹਿਲੋ ਜੀ ਨੂੰ। ਹਾਂਜੀ, ਗਇਓ ਸਿੱਖ ਨੇ ਸਕਲ ਸੁਨਾਇਓ, ਇੱਕ ਸਿੱਖ ਦੇ ਹੱਥ ਦੇ ਕੇ ਕਹਿਣ ਲੱਗੇ, ਜਾ ਭਾਈ ਫਫਰੇ ਪਿੰਡ ਵਿੱਚ ਸੁਲਤਾਨੀ ਮੁਖੀ ਬਣਿਆ ਇੱਕ ਬੰਦਾ ਬਹਿਲੋ, ਉਹਨੂੰ ਹੁਕਮਨਾਮਾ ਦੇ ਕੇ ਕਈ ਗੁਰੂ ਅਰਜਨ ਦੇਵ ਜੀ ਦਾ ਹੁਕਮਨਾਮਾ ਹੈ। ਸਿੱਖ ਗਿਆ, ਉਹਨੇ ਭਾਈ ਬਹਿਲੋ ਜੀ ਨੂੰ ਹੁਕਮਨਾਮਾ ਦਿੱਤਾ ਜੀ। ਹਾਂਜੀ, ਗੁਰੂ ਹੁਕਮ ਕੋ ਸੁਨ ਕਰ ਤਦਾ, ਉਹਨੇ ਮਹਾਰਾਜ ਜੀ ਦਾ ਹੁਕਮ ਸੁਣਿਆ ਜੀ, ਹੁਕਮਨਾਮਾ ਸੁਣਿਆ ਨਹੀਂ। ਹਾਂਜੀ, ਕਹਿਓ ਨਾ ਮੇਲ ਤਿਨਹੋਂ ਕੁਸੋ ਕਦਾ, ਤੇ ਭਾਈ ਬਹਿਲੋ ਜੀ ਸੋਚਦੇ ਆ ਵੀ ਗੁਰੂ ਅਰਜਨ ਦੇਵ ਜੀ ਦੀ ਚਿੱਠੀ ਮੈਨੂੰ ਆਈ ਹੈ, ਮੈਂ ਤੇ ਆਪਣੀ ਜ਼ਿੰਦਗੀ 'ਚ ਗੁਰੂ ਅਰਜਨ ਦੇਵ ਜੀ ਨੂੰ ਕਦੇ ਮਿਲਿਆ ਹੀ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਨਾ ਝੰਡੇ ਕੋਲ, ਤੇ ਭਾਈ ਝੰਡਾ ਜੀ ਨੂੰ ਜਾ ਕੇ ਮਰਦਾਨਾ ਜੀ ਕਹਿਣ ਲੱਗੇ, ਤੈਨੂੰ ਮੇਰੇ ਗੁਰੂ ਸੱਦਦੇ ਆ। ਝੰਡਾ ਕਹਿਣ ਲੱਗਾ, ਤੇਰੇ ਗੁਰੂ ਦਾ ਕੀ ਨਾਮ ਹੈ? ਭਾਈ ਮਰਦਾਨਾ ਜੀ ਕਹਿੰਦੇ, ਮੇਰੇ ਗੁਰੂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਤੇ ਭਾਈ ਝੰਡਾ ਜੀ ਕਹਿਣ ਲੱਗੇ, ਮੈਂ ਤੇ ਜਾਣਦਾ ਹੀ ਨਹੀਂ ਉਹਨਾਂ ਨੂੰ। ਤੇ ਅੱਗੋਂ ਫਿਰ ਭਾਈ ਮਰਦਾਨਾ ਜੀ ਕਹਿੰਦੇ, ਤੂੰ ਨਹੀਂ ਜਾਣਦਾ, ਉਹ ਸਭ ਨੂੰ ਜਾਣਦੇ ਆ ਤੇ ਮੈਨੂੰ ਤੇਰੇ ਕੋਲ ਭੇਜਿਆ ਨਾ। ਭਾਈ ਬਹਿਲੋ ਨੇ ਹੁਕਮਨਾਮਾ ਪੜ੍ਹਿਆ, ਹੁਕਮਨਾਮਾ ਪੜ੍ਹ ਕੇ ਸੋਚਿਆ ਵੀ ਮੈਂ ਤੇ ਗੁਰੂ ਅਰਜਨ ਦੇਵ ਜੀ ਨੂੰ ਜਾਣਦਾ ਹੀ ਨਹੀਂ ਹੈਗਾ, ਇਹ ਕੌਣ ਨੇ? ਹਾਂਜੀ, ਹਮ ਕਬ ਮਿਲੇ ਨਹੀਂ ਕਬ ਗਏ, ਨਾ ਮੈਂ ਕਦੀ ਜਾ ਕੇ ਉਹਨਾਂ ਨੂੰ ਮਿਲਿਆ, ਨਾ ਮੈਂ ਕਦੀ ਉਹਨਾਂ ਨੂੰ ਨਮਸਕਾਰ ਕੀਤੀ ਹੈ। ਹਾਂਜੀ, ਲਿਖਨ ਪੜਨ ਕੋ ਪ੍ਰਥਮ ਨਾ ਭਏ, ਤੇ ਨਾ ਮੈਂ ਕਦੀ ਨਾਮ ਹੀ ਸੁਣਿਆ ਉਹਨਾਂ ਦਾ, ਨਾ ਮੈਂ ਕਦੀ ਉਹਨਾਂ ਨੂੰ ਕੋਈ ਚਿੱਠੀ ਪੱਤਰ ਭੇਜਿਆ ਕਦੀ। ਉਹ ਕਿਵੇਂ ਮੇਰੇ ਤੇ ਦਾਵਾ ਕਰ ਸਕਦੇ ਵੀ ਤੂੰ ਸਾਡਾ ਤੇ ਸਾਡੇ ਕੋਲ ਆ ਜਾ। ਹਾਂਜੀ, ਤਿੰਨ ਸਮੀਪ ਕਿਮ ਜਾਵਨ ਬਨੈ, ਇਸ ਕਰਕੇ ਮੇਰਾ ਉਹਨਾਂ ਦੇ ਕੋਲ ਜਾਣਾ ਨਹੀਂ ਬਣਦਾ। ਮਹਾਰਾਜ ਨੇ ਭਾਈ ਬਹਿਲੋ ਜੀ ਨੂੰ ਹੁਕਮਨਾਮਾ ਭੇਜਿਆ ਨਾ, ਬਹਿਲੋ ਤੂੰ ਸਾਡਾ ਹੈ, ਕਿੱਥੇ ਤੁਰਿਆ ਫਿਰਦਾ, ਚੱਲ ਆ ਸਾਡੇ ਕੋਲ ਆ ਜਾ। ਭਾਈ ਬਾਲਰ ਜੀ ਕਹਿੰਦੇ ਵੀ ਮੈਂ ਤੇ ਜਾਣਦਾ ਹੀ ਨਹੀਂ ਉਹਨਾਂ ਨੂੰ, ਮੈਂ ਕਿਉਂ ਜਾਵਾਂ ਉਹਨਾਂ ਦੇ ਕੋਲ। ਹਾਂਜੀ, ਦੇਖੋ ਕਬ ਵਿਚਾਰ ਨਿਜ ਮਨੈ, ਭਾਈ ਬਹਿਲੋ ਜੀ ਆਪਣੇ ਮਨ ਨਾਲ ਗੱਲਾਂ ਕਰਨ ਲੱਗ ਪਏ ਜੀ। ਹਾਂਜੀ, ਭੇਖ ਪਿਰਾਈ ਕੋ ਤਨ ਕਰੋ, ਹਾਂਜੀ, ਖੂੰਡੀ ਖਲਰਾ ਗਲ ਮੈਂ ਧਰੋ, ਵੀ ਮੈਂ ਖਲ ਦੀ ਝੋਲੀ ਆਪਣੇ ਗਲ 'ਚ ਪਾਈ ਹੈ, ਹੱਥ 'ਚ ਖੁੰਡੀ ਫੜੀ ਹੈ, ਲੋਕ ਮੈਨੂੰ ਮੰਨਦੇ ਆ, ਮੈਨੂੰ ਪੂਜਦੇ ਆ। ਹਾਂਜੀ,
इसी देश के नरगन सारे मुझ सन्मानै चलै पिछारे। ਜੋ ਮੈਂ ਕਵਾਂ ਸਾਰਾ ਨਗਰ ਮੇਰਾ ਕਿਆ ਮੰਨਦਾ। ਮੇਰੇ ਮਗਰ ਪੀਰ ਨਗਾਏ ਵਾਲੇ ਦੀ ਯਾਤਰਾ ਵੀ ਕਰਦੇ ਐ ਤੇ ਮੈਂ ਸਭ ਕੁਝ ਛੱਡ ਕੇ ਗੁਰੂ ਕੋਲ ਕਿਵੇਂ ਚਲੇ ਜਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਪਹਿਲਾਂ ਪਹਿਲਾਂ ਜਾਣਾ ਆਉਣਾ ਬੰਦੇ ਵਾਸਤੇ ਔਖਾ ਹੁੰਦਾ ਹੈ, ਪਰ ਚੇਤਾ ਰੱਖਿਓ ਗੁਰੂ ਸਾਹਿਬ ਨੇ ਜਿਹਦੇ ਬਾਰੇ ਫੁਰਨਾ ਬਣਾ ਲਿਆ ਨਾ, ਇਹ ਸਾਡਾ ਤੇ ਸਾਡੇ ਕੋਲ ਆਵੇ ਉਹ ਕਿਸੇ ਹਾਲਾਤ ਵਿੱਚ ਵੀ ਰੁਕ ਨਹੀਂ ਸਕਦਾ ਜੀ। ਹਾਂਜੀ ਮੁਖ ਸਭਨ ਮਹਿ ਮੁਰ ਵੀ ਵਡਿਆਈ। ਸਾਰੇ ਇਲਾਕੇ ਵਿੱਚ ਮੇਰੀ ਵਡਿਆਈ ਹੈ, ਲੋਕ ਮੈਨੂੰ ਮੰਨਦੇ, ਮੇਰੀ ਪੂਜਾ ਕਰਦੇ ਹੈ। ਰਹਿ ਸੈਂਕੜੇ ਨਰ ਚਹੋਕਾਈ। ਹਰ ਸਮੇਂ ਸੈਂਕੜੇ ਮਨੁੱਖ ਮੇਰੇ ਆਲੇ ਦੁਆਲੇ ਤੁਰੇ ਫਿਰਦੇ ਹੈ। ਬੜੀ ਵੱਡੀ ਸ਼ਖਸੀਅਤ ਸੀ ਜੀ ਭਾਈ ਬਹਿਲੋ ਜੀ। ਹਾਂਜੀ ਮੈਂ ਆਗੇ ਥਿਤ ਹੋਏ ਸੁਲਤਾਨ। ਫਿਰ ਮੈਂ ਸਭ ਦਾ ਆਗੂ ਹਾਂ, ਲੋਕ ਮੈਨੂੰ ਸੁਲਤਾਨ ਜੀ ਸੁਲਤਾਨ ਜੀ ਸੁਲਤਾਨ ਜੀ ਕਹਿੰਦੇ ਆ। ਹਾਂਜੀ ਜਾਰਤ ਕੋ ਕਰਵਾਏ ਮਹਾਨ। ਮੈਂ ਸਭ ਨੂੰ ਯਾਤਰਾ ਕਰਾਉਣਾ। ਅੱਜ ਤੱਕ ਮੈਂ ਨਗਾਏ ਵਾਲੇ ਪੀਰ ਦੀ ਲੋਕਾਂ ਨੂੰ ਯਾਤਰਾ ਕਰਾਈ ਤੇ ਹੁਣ ਮੈਂ ਹੀ ਛੱਡ ਕੇ ਸਭ ਕੁਝ ਚਲੇ ਜਾਵਾਂ। ਭਾਈ ਬਹਿਲੋ ਜੀ ਇਸ ਤਰੀਕੇ ਨਾਲ ਮਨ ਚ ਸੋਚਣ ਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਕੋਈ ਨਹੀਂ ਪਤਾ ਸੰਗਤ ਜੀ ਪਿਛਲੇ ਜਨਮਾਂ ਦਾ ਕਿਹਦਾ ਕਿੱਥੇ ਸੰਬੰਧ ਜੁੜਿਆ ਹੋਇਆ ਜੀ। ਬਸ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਆਪਣੇ ਚਰਨਾਂ 'ਚ ਰੱਖਿਓ। ਹਾਂਜੀ ਇਸ ਪ੍ਰਕਾਰ ਮੇਰੀ ਅਬ ਬਾਤ ਹਾਂਜੀ ਤੇਹ ਤਜ ਚਲਨ ਬਨੈ ਕਿਸ ਭਾਂਤ। ਹੁਣ ਤੇ ਮੇਰੀ ਗੱਲ ਬਣੀ ਹੈ, ਲੋਕ ਮੰਨਣ ਦੇ ਪੂਜਾ ਕਰਨ ਦੇ ਹਜ਼ਾਰਾਂ ਲੋਕ ਮੇਰੇ ਕਹਿਣੇ 'ਚ ਹੈ, ਸੈਂਕੜੇ ਬੰਦੇ ਮੇਰੀ ਸੇਵਾ 'ਚ ਨੇ ਤੇ ਮੇਰਾ ਸਭ ਕੁਝ ਛੱਡ ਕੇ ਜਾਣਾ ਨਹੀਂ ਬਣਦਾ। ਮਨ 'ਚ ਭਾਈ ਬਹਿਲੋ ਜੀ ਨੇ ਸੋਚ ਲਿਆ ਵੀ ਮੈਂ ਗੁਰੂ ਅਰਜਨ ਸਾਹਿਬ ਦੇ ਕੋਲ ਨਹੀਂ ਜਾਣਾ। ਹਾਂਜੀ ਬਿਨਾ ਲਾਭ ਦੇਖੇ ਕਿਸ ਥਾਨ। ਭਲਾ ਉੱਥੇ ਜਾਣ ਵਿੱਚ ਮੇਰਾ ਕੀ ਫਾਇਦਾ ਹੈ। ਹਾਂਜੀ ਮੂਰਖ ਭੀ ਨਾ ਪਰਵਰਤਹਿ ਜਾਨ। ਜਿੰਨਾ ਮਾਣ ਸਤਕਾਰ ਮੇਰੀ ਗੱਲ ਇੱਥੇ ਬਣੀ ਹੈ, ਇਹ ਛੱਡ ਕੇ ਜਾਣਾ ਇਹਨੂੰ ਤੇ ਮੂਰਖ ਵੀ ਚੰਗਾ ਨਹੀਂ ਸਮਝੇਗਾ। ਮੇਰਾ ਮਾਣ ਸਤਿਕਾਰ ਸੰਗਤ ਜੀ ਚੇਤਾ ਰੱਖਿਓ, ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਮਾਇਆ 3 ਤਰ੍ਹਾਂ ਦੀ ਹੈ। ਬਾਹਰ ਦੀ ਮਾਇਆ ਛੱਡ ਦੇਗਾ ਬੰਦਾ ਸੰਤੋਖੀ ਹੋ ਜਾਏਗਾ। ਦੂਜੀ ਮਾਇਆ ਮਾਣ ਦੀ ਮਾਇਆ ਹੈ ਜੀ। ਮਾਣ ਵੀ ਇੱਕ ਮਾਇਆ ਜੀ, ਇਹਦੇ ਤੋਂ ਛੁੱਟਣਾ ਬੜਾ ਔਖਾ ਹੈਗਾ ਜੀ। ਤੀਜੀ ਰਿੱਧੀਆਂ ਸਿੱਧੀਆਂ ਦੀ ਹੈ ਜੀ। ਚਿੰਬੜੀ ਤੇ ਇਹਨੂੰ ਵੀ ਮਾਇਆ ਹੈ ਜੀ, ਵੀ ਮੈਂ ਕਿਵੇਂ ਛੱਡ ਕੇ ਜਾਵਾਂ ਸਭ ਕੁਝ। ਹਾਂਜੀ ਇਮ ਸੁਨ ਕੈ ਸਿੱਖ ਚੱਲਿਓ ਸੋ ਗਇਓ। ਇਹ ਸੁਣ ਕੇ ਸਿੱਖ ਚਲੇ ਗਿਆ। ਭਾਈ ਬਹਿਲੋ ਨੇ ਜਵਾਬ ਦੇ ਦਿੱਤਾ ਵੀ ਮੈਂ ਨਹੀਂ ਗੁਰੂ ਅਰਜਨ ਸਾਹਿਬ ਕੋ ਜਾਣਾ। ਹਾਂਜੀ ਗੁਰ ਸੋ ਸਰਬ ਜਨਾਵਤ ਭਇਓ। ਤੇ ਸਾਧ ਸੰਗਤ ਜੀ ਸਿੱਖ ਗਿਆ, ਅੰਮ੍ਰਿਤਸਰ ਆਇਆ। ਅੰਮ੍ਰਿਤਸਰ ਆ ਕੇ ਸਿੱਖ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ। ਮਹਾਰਾਜ ਕਹਿਣ ਲੱਗੇ ਭਾਈ ਬਹਿਲੋ ਨੂੰ ਲੈ ਕੇ ਨਹੀਂ ਆਇਆ। ਸਿੱਖ ਕਹਿਣ ਲੱਗਾ ਮਹਾਰਾਜ ਉਹਨੇ ਤੇ ਨਾ ਕਰ ਦਿੱਤੀ ਹੈ। ਉਹਨੇ ਆਖਿਆ ਮੈਂ ਇੰਨਾ ਵੱਡਾ ਪੀਰ ਹਾਂ। ਹਾਂਜੀ ਸਤਿਗੁਰ ਘਰ ਕੋ ਨਾ ਹਿਨ ਮੇਲੀ। ਉਹ ਕਹਿੰਦਾ ਗੁਰੂ ਘਰ ਨਾਲ ਮੇਰਾ ਕੋਈ ਮੇਲਾ ਗੇਲਾ ਨਹੀਂ ਹੈਗਾ। ਹੁਣ ਇੱਥੇ ਇੱਕ ਗੱਲ ਹੋਰ ਚੇਤਾ ਰੱਖਿਓ, ਬੰਦਾ ਕਵੇ ਮੇਰਾ ਗੁਰੂ ਘਰ ਨਾਲ ਮੇਲਾ ਨਹੀਂ ਹੈਗਾ ਤੇ ਜੇ ਕਰਮਾਂ 'ਚ ਲਿਖਿਆ ਤੇ ਮਹਾਰਾਜ ਲੈ ਆਉਂਦੇ ਨੇ ਜੀ, ਲੈ ਆਉਂਦੇ। ਆਪਣਿਆਂ ਨੂੰ ਛੱਡਦੇ ਨਹੀਂ ਨਾ ਸੱਚੇ ਪਾਤਸ਼ਾਹ। ਹਾਂਜੀ ਭੇਦ ਨਾ ਜਾਣੈ ਆਇਸ ਪੇਲੀ। ਮਹਾਰਾਜ ਉਹਨੇ ਗੱਲ ਟਾਲ ਦਿੱਤੀ ਹੈ। ਭਾਈ ਬਹਿਲੋ ਕਹਿੰਦਾ ਮੈਂ ਨਹੀਂ ਆਉਣਾ। ਹਾਂਜੀ ਸੁਨ ਸਿੱਖ ਤੇ ਸਗਰੀ ਤਿਸ ਬਾਤ। ਸਤਿਗੁਰੂ ਜੀ ਨੇ ਉਸ ਸਿੱਖ ਕੋਲੋਂ ਸਾਰੀ ਗੱਲ ਸੁਣੀ ਧਿਆਨ ਨਾਲ ਜੀ। ਸ਼੍ਰੀ ਅਰਜਨ ਬੋਲੇ ਮੁਸਕਾਤ। ਮਹਾਰਾਜ ਮੁਸਕਰਾ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਉਹਦੀ ਗੱਲ ਸੁਣ ਕੇ ਗੁਰੂ ਅਰਜਨ ਸਾਹਿਬ ਮੁਸਕਰਾ ਪਏ ਜੀ।
ਹਾਂਜੀ, ਤੇ ਮੁਸਕਰਾ ਕੇ ਕਹਿਣ ਲੱਗੇ ਜੀ, ਬਾਹਰ ਜਾਏ ਕਹੋ ਹੁਕਮ ਹਮਾਰਾ। ਮਹਾਰਾਜ ਕਹਿਣ ਲੱਗੇ ਜਾ, ਇੱਕ ਵਾਰੀ ਫਿਰ ਜਾ, ਉਹਨੂੰ ਸਾਡਾ ਹੁਕਮ ਸੁਣਾ, ਕਹਿਣ ਲੱਗੇ। ਹਾਂਜੀ, ਸੁਧ ਨਾ ਰਹੀ ਤਵ ਹਿਰਦੈ ਮਝਾਰਾ। ਹੁਣ ਜਾ ਕੇ ਉਹਨੂੰ ਪਤਾ ਕੀ ਕਹਿਣਾ ਹੈ, ਤੇਰੇ ਹਿਰਦੇ 'ਚ ਸੋਝੀ ਨਹੀਂ ਰਹੀ। ਹਾਂਜੀ, ਜਾਂ ਤੇ ਜਾਤ ਤੁਰਕ ਕੀ ਗੋਰ। ਤੈਨੂੰ ਸਮਝ ਨਹੀਂ ਹੈ, ਇਸੇ ਕਰਕੇ ਤੂੰ ਤੁਰਕਾਂ ਦੀ ਕਬਰਾਂ ਤੇ ਜਾ ਜਾ ਕੇ ਮੱਥਾ ਟੇਕਣ ਆ। ਹਾਂਜੀ, ਮਨ ਹੈ ਬਿਨ ਬੁੱਧ ਤੇ ਕਰ ਜੋਰ। ਸੋਚ, ਕਹਿਣ ਲੱਗੇ ਸੋਚ, ਇਹ ਤੇਰੀ ਥਾਂ ਨਹੀਂ ਹੈਗੀ। ਹਾਂਜੀ, ਭੇਡ ਚਾਲ ਨਰਮੰਦਨ ਕੇਰੀ। ਹੋਤ ਪ੍ਰਵਿਰਤ ਅਪਰ ਕੋਹੇਰੀ। ਮਾੜੀ ਬੁੱਧੀ ਵਾਲੇ ਮਨੁੱਖਾਂ ਵਾਂਗੂ ਤੂੰ ਵੀ ਭੇਡ ਚਾਲ 'ਚ ਲੱਗ ਗਿਆ। ਜਾ ਕੇ ਭਾਈ ਬੈਲੋ ਨੂੰ ਆਖੀ, ਕਬਰਾਂ ਨੂੰ ਪੂਜਣਾ ਤੇਰਾ ਕੰਮ ਨਹੀਂ ਹੈਗਾ। ਹਾਂਜੀ, ਭਲੀ ਬੁਰੀ ਨਹਿ ਕਰਤ ਵਿਚਾਰ। ਮਾਨੈ ਤੁਰਕ ਜਨਮ ਕੋ ਹਾਰ। ਤੇ ਭਲੀ ਬੁਰੀ ਵਿਚਾਰ ਨਹੀਂ ਕਰਨਿਆ। ਜੇ ਤੂੰ ਉਧਰ ਤੁਰਕਾਂ ਵਾਲੇ ਪਾਸੇ ਲੱਗਾ ਰਿਹਾ, ਤੇਰਾ ਜਨਮ ਜਿਹੜਾ ਉਹ ਨਾਸ਼ ਹੋ ਜਾਏਗਾ, ਵਿਅਰਥ ਹੋ ਜਾਏਗਾ। ਹਾਂਜੀ, ਦੋਹੇ ਲੋਕਨ ਮੈਂ ਨਹਿਨ ਸਹਾਈ। ਪੂਜੈ ਗੋਰ ਨਰਕ ਪੁੰਨ ਪਾਈ। ਜਿਹੜੀ ਕਬਰ ਨੂੰ ਤੂੰ ਪੂਜ ਰਿਹਾ ਹੈ, ਇਸ ਕਬਰ ਨੇ ਦੋਵਾਂ ਲੋਕਾਂ 'ਚ ਤੇਰੀ ਸਹਾਇਤਾ ਨਹੀਂ ਕਰਨੀ, ਤੈਨੂੰ ਨਰਕਾਂ 'ਚ ਜਾਣਾ ਪੈਣਾ ਹੈ। ਇੱਕ ਵਾਰੀ ਪਿਆਰ ਨਾਲ ਸਾਰੇ ਹੱਥ ਜੋੜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਸੰਗਤ ਜੀ, ਆਪਾਂ ਕਿੰਨੇ ਭਾਗਾਂ ਵਾਲੇ ਆ, ਕਿੰਨੇ ਭਾਗਾਂ ਵਾਲੇ ਆ। ਅਸੀਂ ਕਿਸੇ ਮੁਰਦੇ ਨੂੰ ਨਹੀਂ ਪੂਜ ਰਹੇ, ਅਸੀਂ ਆਪਣੇ ਸਤਿਗੁਰੂ ਜੀ ਨੂੰ ਪੂਜ ਰਹੇ ਹਾਂ ਜੀ। ਹਾਂਜੀ, ਮਹਾਰਾਜ ਸਵਈਆਂ 'ਚ ਕਹਿੰਦੇ ਨਾ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਤਾਨ ਕੋ ਮ੍ਰਿਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਭੇਦ ਨਾ ਪਾਇਓ। ਕੋਈ ਬੁੱਤ ਪੂਜ ਰਿਹਾ ਹੈ, ਕੋਈ ਕਬਰ ਪੂਜ ਰਿਹਾ ਹੈ, ਪਰਮੇਸ਼ਰ ਨੂੰ ਨਹੀਂ ਮੰਨ ਰਹੇ। ਹੁਣ ਇੱਧਰ ਗੱਲ ਆ ਜੋ ਆਪਣੀ ਆ ਲੋਕੋ, ਤੁਸੀਂ ਵੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਹੋ। ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦਾ, ਹੱਥ ਜੋੜਦਾ, ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿੰਦੇ ਸਿੱਖਾ ਮੈਨੂੰ ਮੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਖਾ ਰੱਬ ਨੂੰ ਮੰਨ, ਰੱਬ ਦੀ ਪੂਜਾ ਕਰ। ਮਹਾਰਾਜ ਕਹਿੰਦੇ ਤੂੰ ਨਰਕਾਂ 'ਚ ਪੈਣਾ ਜੇ ਤੂੰ ਲੱਗਾ ਰਿਹਾ ਤੇ। ਹਾਂਜੀ, ਤੂੰ ਗੁਰ ਘਰ ਕੋ ਦਾਸ ਸਦੀਵਾ। ਉਹ ਮਹਾਰਾਜ ਕਹਿਣ ਲੱਗੇ ਜਾ ਕੇ ਬੈਲੋਂ ਨੂੰ ਦੱਸੋ ਕਿ ਤੂੰ ਸਦਾ ਹੀ ਗੁਰੂ ਘਰ ਦਾ ਹੀ ਦਾਸ ਹੈ, ਗੁਰੂ ਘਰ ਦਾ ਸੇਵਕ ਹੈ। ਸੇਵਾ ਕਰਤ ਮਹਾਨ ਨੀਵਾ। ਪਹਿਲੇ ਜਨਮਾਂ ਵਿੱਚ ਵੀ ਤੂੰ ਗੁਰੂ ਘਰ ਦੀ ਸੇਵਾ ਕਰਦਾ ਰਿਹਾ, ਮਨ ਨੀਵਾ ਕਰਕੇ। ਜਹ ਜਹ ਭਾ ਅਵਤਾਰ ਹਮਾਰਾ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਨੇ ਖੋਲ ਕੇ ਹੀ ਗੱਲ ਦੱਸ ਦਿੱਤੀ ਜੀ। ਮਹਾਰਾਜ ਕਹਿੰਦੇ ਸਿੱਖਾ ਭਾਈ ਬੈਲੋ ਨੂੰ ਇਹ ਗੱਲ ਆਖ ਕਿ ਜਿੱਥੇ ਜਿੱਥੇ ਸਾਡਾ ਅਵਤਾਰ ਹੋਇਆ, ਉੱਥੇ ਉੱਥੇ ਨਾਲ ਨਾਲ ਉਹਦਾ ਵੀ ਜਨਮ ਹੋਇਆ ਹੈ। ਪਿਛਲੇ ਜਨਮਾਂ ਦਾ ਸਾਡਾ ਸਾਥੀ ਹੈ। ਹਾਂਜੀ, ਤਹਾਂ ਤਹਾਂ ਤੈ ਸਾਥ ਸੰਭਾਰਾ। ਸਾਡਾ ਉਹਦੇ ਨਾਲ ਸਾਥ ਰਿਹਾ, ਹੁਣ ਇਸ ਜਨਮ ਚ ਉਹਨੂੰ ਕਿਵੇਂ ਛੱਡ ਦਈਏ। ਹਾਂਜੀ, ਜਨਮ ਮਰਨ ਕੋ ਕਸ਼ਟ ਮਿਟਾਏ। ਸਮਾਂ ਭਇਓ ਪ੍ਰਾਪਤ ਅਬ ਆਏ। ਇਸ ਜਨਮ ਵਿੱਚ ਤੇ ਭਾਈ ਬੈਲੋ ਦਾ ਭਲਾ ਕਰਨਾ ਹੈ। ਇਸ ਜਨਮ ਵਿੱਚ ਭਾਈ ਬੈਲੋ ਦਾ ਜਨਮ ਮਰਨ ਕੱਟ ਦੇਣਾ ਹੈ। ਜਾ ਕੇ ਆਖੋ ਭਾਈ ਬੈਲੋ ਨੂੰ, ਪਿਆਰਿਓ ਕੌਣ ਕਹਿ ਰਿਹਾ ਭਲਾ? ਗੁਰੂ ਅਰਜਨ ਦੇਵ ਸਾਹਿਬ। ਤੇ ਬਚਨ ਇਹ ਸੁੱਟਿਓ ਨਾ, ਕੋਈ ਨਹੀਂ ਪਤਾ ਕਿਦਾ ਇਹ ਲਾਸਟ ਜਨਮ ਹੈਗਾ ਜੀ।
ਇਸ ਜਨਮ 'ਚ ਮਹਾਰਾਜ ਨੇ ਸਾਡਾ ਜਨਮ ਮਰਨ ਹੀ ਨਹੀਂ ਕੱਟਣਾ। ਸਾਨੂੰ ਪਤਾ ਹੈ ਜੀ। ਮਹਾਰਾਜ ਕਹਿੰਦੇ ਉਹਨੂੰ ਆਖੋ ਤੇਰਾ ਜਨਮ ਮਰਨ ਕੱਟਣਾ ਅਸੀਂ। ਹਾਂਜੀ, ਅਨੇਕ ਜਨਮ ਮੈਂ ਘਾਲੀ ਘਾਲ। ਪਹਿਲੇ ਜਨਮਾਂ 'ਚ ਤੂੰ ਇੰਨੀ ਮਿਹਨਤ ਕੀਤੀ ਹੈ, ਇੰਨੀ ਸੇਵਾ ਕੀਤੀ ਹੈ। ਹਾਂਜੀ, ਤਿਸ ਕੋ ਫਲ ਅਬ ਮਿਲੈ ਵਿਸਾਲ। ਹੁਣ ਉਹਦਾ ਫਲ ਮਿਲਣਾ ਤੇ ਹੋਰ ਥਾਵਾਂ ਤੇ ਤੁਰਿਆ ਫਿਰਦਾ ਹੈ। ਹੁਣ ਤੇ ਉਹਦਾ ਫਲ ਮਿਲਣਾ ਹੈ। ਹਾਂਜੀ, ਜਿਸ ਅੰਮ੍ਰਿਤ ਕੋ ਜਾਚਤ ਜਬੈ। ਜਿਸ ਨਾਮ ਅੰਮ੍ਰਿਤ ਨੂੰ ਭਾਈ ਬਹਿਲੋ ਪਿਛਲੇ ਜਨਮਾਂ ਵਿੱਚ ਮੰਗਦਾ ਰਿਹਾ ਸਾਡੇ ਕੋਲੋਂ ਜੀ। ਹਾਂਜੀ, ਸਮਾਂ ਜਾਨ ਪ੍ਰਾਪਤ ਸੋ ਅਬੈ। ਹੁਣ ਉਹਨੂੰ ਆਖੋ ਉਹ ਨਾਮ ਅੰਮ੍ਰਿਤ ਪੀਣ ਦਾ ਸਮਾਂ ਆ ਗਿਆ ਹੈ। ਚੇਤਾ ਰੱਖਿਓ, ਭਗਤ ਕਬੀਰ ਰਵਿਦਾਸ ਜੀ ਕਹਿੰਦੇ ਆ ਨਾ, ਇੱਕ ਵਾਰੀ ਸਾਰੇ ਆਪਣੇ ਬਾਰੇ ਵੀ ਕਹਿ ਦਿਓ, ਇਹ ਇਕੱਲੀ ਭਾਈ ਬਹਿਲੋ ਦੀ ਕਹਾਣੀ ਨਹੀਂ ਹੈ, ਇਹ ਸਾਡੀ ਸਾਰਿਆਂ ਦੀ ਕਹਾਣੀ ਹੈ। ਕੀ ਕਹਾਣੀ ਹੈ ਕੋਈ ਨਹੀਂ ਪਤਾ, ਕਿੰਨੇ ਕੁ ਜਨਮਾਂ ਦੇ ਵਿਛੜੇ ਹੋਏ ਆ। ਬਹੁਤ ਜਨਮ ਬਿਛੜੇ ਥੇ ਮਾਧੋ। ਬਹੁਤ ਜਨਮ ਬਿਛੜੇ ਥੇ ਮਾਧੋ। ਅੰਦਰੋਂ ਬੇਨਤੀ ਕਰਿਓ, ਫਾਰਮੈਲਿਟੀ ਨਾ ਕਰਿਓ। ਜੇ ਤੁਸੀਂ ਫਾਰਮੈਲਿਟੀ ਲਈ ਮੇਰੇ ਮਗਰ ਪੜ੍ਹ ਦਿੱਤਾ ਨਾ, ਤੁਹਾਨੂੰ ਰਸ ਨਹੀਂ ਆਏਗਾ, ਆਨੰਦ ਨਹੀਂ ਆਏਗਾ, ਅਰਦਾਸ ਗੁਰੂ ਜੀ ਦੇ ਚਰਨਾਂ 'ਚ ਨਹੀਂ ਪਹੁੰਚੇਗੀ। ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਆ ਸਾਨੂੰ ਸਾਰਿਆਂ ਨੂੰ ਇਸ ਪਾਸੇ ਲੱਗਿਆ ਜੀ। ਬਹੁਤ ਜਨਮ ਬਿਛੜੇ ਥੇ ਮਾਧੋ। ਬਹੁਤ ਜਨਮ ਬਿਛੜੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਇਹੋ ਜਨਮ ਤੁਮਹਾਰੇ ਲੇਖੇ। ਇਹ ਜਨਮ ਲੇਖੇ 'ਚ ਲੱਗ ਜੇ, ਗੁਰੂ ਦਾ ਜੀਵਨ ਹੋ ਜੇ, ਇਸ ਜਨਮ 'ਚ ਅਵਸਥਾ ਬਣ ਜੇ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀਂ ਹੋਰ। ਮਹਾਰਾਜ ਕਹਿਣ ਲੱਗੇ ਉਹਨੂੰ ਕਹੋ ਹੁਣ ਤੇ ਨਾਮ ਅੰਮ੍ਰਿਤ ਛਕਣ ਦਾ ਵੇਲਾ, ਤੇ ਕਿੱਧਰ ਕਬਰਾਂ ਵੱਲ ਤੁਰਿਆ ਫਿਰਦਾ। ਇਮ ਸੁਣ ਕੇ ਸਿੱਖ ਪੁਨੈ ਸਿਧਾਇਓ। ਇਹ ਸੁਣ ਕੇ ਸਿੱਖ ਫਿਰ ਫਫਰੇ ਪਿੰਡ ਵਿੱਚ ਗਿਆ ਜੀ। ਸ਼੍ਰੀ ਗੁਰ ਕੋ ਫੁਰਮਾਨ ਬਤਾਇਓ। ਭਾਈ ਬਹਿਲੋ ਜੀ ਸੁਲਤਾਨ ਜੀ ਬਣੇ, ਹਰੇ ਰੰਗ ਦਾ ਚੋਲਾ ਪਾਇਆ, ਖੁੰਡੀ ਹੱਥ 'ਚ ਫੜੀ ਤੁਰੇ ਫਿਰਦੇ ਪਿੰਡ 'ਚ। ਲੋਕ ਮੱਥੇ ਟੇਕਣ ਦੇ, ਪੈਸੇ ਚੜਨ ਦੇ, ਪੂਜਾ ਹੋ ਰਹੀ ਹੈ। ਤੇ ਸਿੱਖ ਪਹੁੰਚ ਗਿਆ ਭਾਈ ਬਹਿਲੋ ਜੀ ਦੇ ਕੋਲ। ਹਾਂਜੀ, ਅਨੇਕ ਜਨਮ ਕੋ ਮੇਲੀ ਅਹੈ। ਕਹਿਣ ਲੱਗਾ ਭਾਈ ਸਾਹਿਬ ਮੈਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਫਿਰ ਭੇਜਿਆ। ਉਹ ਕਹਿੰਦੇ ਆ ਤੂੰ ਸਾਡੇ ਇੱਕ ਜਨਮ ਦਾ ਨਹੀਂ, ਅਨੇਕਾਂ ਜਨਮਾਂ ਦਾ ਮੇਲੀ ਹੈ, ਸਾਡੇ ਪਿਛਲੇ ਜਨਮਾਂ ਦਾ ਸਾਥੀ ਹੈ। ਤੇ ਮੈਂ ਫਿਰ ਬੇਨਤੀ ਇੱਕ ਕਰਾਂ, ਆਪਾਂ ਜਿੰਨੇ ਇਕੱਠੇ ਹੋਏ ਆ, ਕੋਈ ਇੱਕ ਜਨਮ ਦਾ ਸਾਥੀ ਨਹੀਂ ਹੈਗਾ, ਪਤਾ ਨਹੀਂ ਕਿੰਨੇ ਜਨਮਾਂ ਦੇ ਇਕੱਠੇ ਹੈਗੇ ਆ ਜੀ। ਕਾਰਨ ਜੇ ਪਿਛਲੇ ਜਨਮਾਂ ਦੇ ਸੰਬੰਧ ਨਾ ਹੋਣ, ਅਸੀਂ ਵੀ ਇੱਕ ਦੂਜੇ ਨੂੰ ਨਾ ਜਾਣੀਏ। ਆ ਵੇਖੋ ਸੰਸਾਰ 'ਚ ਕਿੰਨੇ ਲੋਕ ਨੇ ਸਾਧ ਸੰਗਤ ਜੀ। ਕੋਈ ਜਿਹੜਾ ਸਾਨੂੰ ਨਹੀਂ ਜਾਣਦਾ ਪਛਾਣਦਾ ਨਹੀਂ, ਲਾਗੋਂ ਲੰਘਦੇ ਆ, ਕਦੀ ਉਹਨਾਂ ਨਾਲ ਮਿਲੇ ਵਰਤੇ ਆ ਜੀ। ਜਿਨ੍ਹਾਂ ਨਾਲ ਸੰਬੰਧ ਹੁੰਦਾ ਬੰਦਾ ਉਹਨਾਂ ਨੂੰ ਮਿਲਦਾ ਹੈ। ਕਹਿੰਦੇ ਭਾਈ ਬਹਿਲੋ ਮਹਾਰਾਜ ਕਹਿ ਰਹੇ ਤੂੰ ਸਾਡੇ ਕਈ ਜਨਮਾਂ ਦਾ ਸਾਥੀ ਹੈ। ਮੁਕਤ ਹੋਣ ਕੋ ਜਾਚਤ ਰਹੈ। ਤੇ ਪਿਛਲੇ ਜਨਮਾਂ ਵਿੱਚ ਤੂੰ ਮੁਕਤੀ ਚਾਹੁੰਦਾ ਸੈਂ। ਹਾਂਜੀ, ਸੋ ਅਬ ਸਮਾਂ ਪਹੁੰਚਿਓ ਆਏ। ਤੇ ਹੁਣ ਸਮਾਂ ਬਣ ਆਇਆ, ਹੁਣ ਤੈਨੂੰ ਮੁਕਤੀ ਦੇਣੀ ਹੈ ਅਸੀਂ। ਗੁਰ ਢਿਗ ਚੱਲੋ ਲੇਹੋ ਸੋ ਪਾਏ। ਇਸ ਕਰਕੇ ਭਾਈ ਬਹਿਲੋ ਮਹਾਰਾਜ ਦੇ ਕੋਲ ਚੱਲ।
ਹਾਂਜੀ। ਸੁਨ ਬਹਿਲੋ ਚਕ੍ਰਿਤ ਹੋਏ ਰਹਿਓ। ਭਾਈ ਬਹਿਲੋ ਜੀ ਹੈਰਾਨ ਹੋ ਗਏ ਜੀ। ਹਾਂਜੀ। ਕਿਤੀ ਬਾਰ ਸੋਚਤ ਪੁਨ ਕਹਿਓ। ਉਹ ਕਈ ਵਾਰੀ ਸੋਚ ਕੇ ਨਾ ਫਿਰ ਸਿੱਖ ਨੂੰ ਕਹਿਣ ਲੱਗੇ ਜੀ। ਹਾਂਜੀ। ਮੈਂ ਅਗਿਆਨੀ ਜਾਣਤ ਨਾਹੀ, ਹੁਤੋ ਜਨਮ ਕਿਤ ਜਾਚਤ ਆਹੀ। ਕਹਿੰਦਾ ਹੱਦ ਹੋ ਗਈ, ਐਵੇਂ ਬੋਲੀ ਜਾਂਦਾ। ਮੈਂ ਆਮ ਬੰਦਾ, ਤੈਨੂੰ ਕਿਵੇਂ ਪਤਾ ਵੀ ਮੈਂ ਪਿਛਲੇ ਜਨਮਾਂ ਦਾ ਨਾਮ ਮੰਗ ਰਿਹਾ? ਇਹ ਤੇ ਬਣੀ ਬਣਾਈ ਗੱਲ ਵੀ ਹੋ ਸਕਦੀ ਹੈ, ਕਹਿਣ ਲੱਗਾ। ਹਾਂਜੀ। ਸਤਿਗੁਰ ਪਤਾ ਕੋਏ ਦਿਖਰਾਵੇ। ਮਹਾਰਾਜ ਨੂੰ ਆਖੋ ਪਹਿਲਾਂ ਮੈਨੂੰ ਪਿਛਲੇ ਜਨਮਾਂ ਦਾ ਗਿਆਨ ਕਰਾਉਣ, ਫਿਰ ਮੈਂ ਦੱਸਾਂਗਾ ਵੀ ਆਉਣਾ ਹੈ ਕਿ ਨਹੀਂ ਆਉਣਾ। ਇੰਜ ਕੋਈ ਕਹਿ ਦੇ ਵੀ ਤੂੰ ਸਾਡੇ ਪਿਛਲੇ ਜਨਮਾਂ ਦਾ ਸਾਥੀ ਹੈ ਤੇ ਮੈਂ ਮੰਨ ਥੋੜੀ ਲਵਾਂਗਾ। ਹਾਂਜੀ। ਨਿਜ ਸ਼ਕਤੀ ਕਰ ਮੋਹੇ ਬੁਲਾਵੇ। ਉਹਨਾਂ ਨੂੰ ਆਖੋ ਜੇ ਸ਼ਕਤੀ ਹੈਗੀ ਹੈ ਤੇ ਫਿਰ ਸੱਦਣ ਮੈਨੂੰ, ਮੈਂ ਨਹੀਂ ਆਉਣਾ ਇੰਜ। ਹਾਂਜੀ। ਇਮ ਕਹੈ ਸਿੱਖ ਕੀ ਸੇਵਾ ਠਾਨੀ। ਸੇਵਾ ਕੀਤੀ ਸਿੱਖ ਦੀ, ਵੀ ਦੂਰੋਂ ਆਇਆ, ਚੱਲ ਕੇ ਆਇਆ। ਨਿਮਿਓ ਗੁਰੂ ਦਿਸ਼ ਮਨ ਕਰਮ ਬਾਣੀ। ਤੇ ਗੁਰੂ ਸਾਹਿਬ ਦੇ ਬਾਰੇ ਸ਼ਰਧਾ ਵੀ ਬਣੀ ਥੋੜੀ ਬਹੁਤੀ, ਪਰ ਅੰਦਰ ਦੀ ਮੈਲ ਜਿਹੜੀ ਚਿੰਬੜੀ ਹੈ ਛੇਤੀ ਨਹੀਂ ਲੱਥਦੀ ਜੀ। ਹਾਂਜੀ। ਭੋਰ ਭਇਓ ਸਿੱਖ ਕਰਿਓ ਵਿਸਰਜਨ। ਦਿਨੇ ਸਿੱਖ ਫਿਰ ਚੱਲ ਪਿਆ ਅੰਮ੍ਰਿਤਸਰ ਨੂੰ। ਹਾਥ ਬੰਦ ਕੇ ਬਹੁ ਬਿਨਤੀ ਭਨ। ਹੱਥ ਜੋੜ ਕੇ ਸਿੱਖ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਰੀ ਗੱਲ ਖੋਲ ਕੇ ਦੱਸੀ। ਸਤਿਗੁਰ ਪਤਾ ਦੇਹੇ ਜਬ ਮੋਹੀ। ਮਹਾਰਾਜ ਭਾਈ ਬਹਿਲੋ ਜੀ ਕਹਿੰਦੇ ਜੇ ਗੁਰੂ ਸਾਹਿਬ ਪਿਛਲੇ ਜਨਮਾਂ ਦਾ ਮੈਨੂੰ ਗਿਆਨ ਦੇਣ ਤਬ ਆਵਨ ਨਿਸ਼ਚੈ ਤਿਤ ਹੋਹੀ। ਫਿਰ ਆਵਾਂਗਾ, ਐਵੇਂ ਨਹੀਂ ਮੈਂ ਆਉਣਾ। ਬੰਦਾ ਵੀ ਕਿੱਥੋਂ ਛੱਡ ਕੇ ਰਾਜੀ ਜੀ ਆਪਣੀ। ਹਾਂਜੀ। ਯੋਂ ਸੁਨ ਗਇਓ ਸਿੱਖ ਗੁਰ ਪਾਸ। ਸਰਬ ਭਾਂਤ ਕੀਨਸ ਅਰਦਾਸ। ਇਹ ਸੁਣ ਕੇ ਸਿੱਖ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜਦੋਂ ਸਾਰੀ ਗੱਲ ਸੁਣੀ ਨਾ ਜੀ। ਹਾਂਜੀ। ਪਤਾ ਚਾਹਤ ਕਹਿ ਮੈਂ ਅਗਿਆਨੀ। ਭਾ ਅਧੀਨ ਕਹਿ ਬਿਨਤੀ ਬਾਣੀ। ਕਿ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਹਿਲੋ ਸਾਰਾ ਕੁਝ ਜਾਣਨਾ ਚਾਹੁੰਦਾ। ਮਹਾਰਾਜ ਸ਼ਾਂਤ ਰਹੇ ਜੀ। ਅਗਲੇ ਦਿਨ ਫਿਰ ਕਾਰਵਾਈ ਪਾਤੀ ਮਹਾਰਾਜ ਨੇ। ਹਾਂਜੀ। ਦੋਹਰਾ ਤਿਸ ਕੇ ਪੂਰਬ ਜਨਮ ਕੋ ਪਤਾ ਲਿਖਿਓ ਗੁਰ ਰਾਏ। ਸੱਚੇ ਪਾਤਸ਼ਾਹ ਨੇ ਆਪ ਕਲਮ ਫੜੀ ਜੀ। ਪੇਜ ਉੱਤੇ ਨਾ ਉਹਦੇ ਪਿਛਲੇ ਜਨਮ ਜਿੰਨੇ ਸਨ ਸਾਰੇ ਹੀ ਲਿਖ ਦਿੱਤੇ ਜੀ। ਕਿੱਥੇ ਕਿੱਥੇ ਸਨ, ਕੀ ਕੀ ਨਾਮ ਸੀ, ਸਭ ਕੁਝ ਲਿਖ ਦਿੱਤਾ ਜੀ। ਹਾਂਜੀ। ਕਾਗਦ ਕਰ ਕੈ ਖਾਮ ਕੋ ਦੀਨੋ ਸਿੱਖ ਪਠਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਾ ਸਿੱਖਾ ਭਾਈ ਬਹਿਲੋ ਨੂੰ ਦੇ ਦੇ। ਜਦੋਂ ਭਾਈ ਬਹਿਲੋ ਹੱਥ 'ਚ ਕਾਗਜ਼ ਫੜੇਗਾ, ਜਦੋਂ ਪਿਛਲਾ ਜਨਮ ਪੜ੍ਹੇਗਾ ਉਸੇ ਵੇਲੇ ਉਹਨੂੰ ਉਹਦਾ ਪਿਛਲਾ ਜਨਮ ਦਿਖ ਵੀ ਜਾਏਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਦਿਖ ਵੀ ਜਾਏਗਾ ਮਹਾਰਾਜ ਕਹਿਣ ਲੱਗੇ। ਹੁਣ ਇਹ ਤਾਕਤ ਕਿਹਦੇ 'ਚ ਹੈ? ਇਹ ਤਾਕਤ ਸਤਿਗੁਰੂ ਵਿੱਚ 'ਚ। ਵੇਖ ਲਓ ਭਾਈ ਬਹਿਲੋ ਨੂੰ ਸੱਦਣ ਵਾਸਤੇ ਮਹਾਰਾਜ ਕਈ ਕੁਝ ਕਰ ਰਹੇ ਆ। ਆਪਾਂ ਭਾਗਾਂ ਵਾਲੇ ਸਿੱਧੇ ਗੁਰੂ ਜੀ ਦੀ ਹਾਜ਼ਰੀ 'ਚ ਆਏ ਆ ਜੀ। ਹਾਂਜੀ। ਚੌਪਈ ਬਹਿਲੋ ਨਿਕਟ ਸਿੱਖ ਪੁਨ ਆਇਓ। ਉਹ ਸਿੱਖ ਚੱਲ ਕੇ ਭਾਈ ਬਹਿਲੋ ਜੀ ਦੇ ਕੋਲ ਆ ਗਿਆ ਜੀ। ਗੁਰੂ ਹੁਕਮ ਨਾਮੋ ਦਿਖਰਾਇਓ। ਆ ਕੇ ਸਤਿਗੁਰਾਂ ਦਾ ਹੁਕਮਨਾਮਾ ਵਿਖਾਇਆ ਜੀ। ਹਾਂਜੀ। ਲੇਕਰ ਸਿੱਖ ਤੇ ਸਿਰ ਪਰ ਰੱਖਿਓ। ਭਾਈ ਬਹਿਲੋ ਨੇ ਸਤਿਕਾਰ ਕੀਤਾ ਜੀ। ਹਾਂਜੀ। ਉਹਨੂੰ ਮੱਥੇ ਤੇ ਲਾਇਆ ਵੀ ਗੁਰੂ ਅਰਜਨ ਸਾਹਿਬ ਬੜੇ ਵੱਡੇ ਨੇ। ਜਸ ਸੁਣ ਲਿਆ, ਫਿਰ ਮੱਥੇ ਤੇ ਲਾਇਆ, ਚਿੱਠੀ ਨੂੰ ਸਤਿਕਾਰ ਕੀਤਾ ਜੀ। ਖੋਲਿਓ ਕਾਗਦ ਪਠ ਸਭ ਲਖਿਓ। ਉਸੇ ਤਰ੍ਹਾਂ ਉਹ ਹਰਾ ਚੋਲਾ ਪਾਇਆ, ਵੱਡੀ ਪੱਗ ਬੰਨੀ ਹੈ ਹਰੇ ਰੰਗ ਦੀ। ਤੇ ਜਦੋਂ ਉਹ ਕਾਗਜ਼ ਪੜ੍ਹਿਆ ਨਾ, ਸਤਿਗੁਰਾਂ ਦੇ ਹੱਥਾਂ ਦਾ ਲਿਖਿਆ ਹੋਇਆ, ਇੱਕ ਜਨਮ ਪੜ੍ਹਦਾ ਨਾਲ ਅੱਖਾਂ ਬੰਦ ਹੋ ਜਾਂਦੀਆਂ ਤੇ ਪਿਛਲਾ ਜਨਮ ਵਿਖ ਜਾਂਦਾ ਜੀ। ਉਹਨੂੰ ਮਹਾਰਾਜ ਨੇ ਕਈ ਜਨਮ ਜਿਹੜੇ ਲਿਖੇ ਸਨ ਸਾਰੇ ਵਿਖਾ ਦਿੱਤੇ।
ਪਿਛਲੇ ਜਨਮਾਂ ਦੇ ਵਿੱਚ ਵੀ ਗੁਰੂ ਘਰ ਦਾ ਹੀ ਸੇਵਾਦਾਰ ਸੀ। ਹਾਂਜੀ। ਪ੍ਰਥਮ ਜਨਮ ਕੇ ਇੱਕ ਦੋਏ ਪਤੇ, ਹਾਂਜੀ। ਪਠ ਕਰ ਅਚਰਜ ਚਿਤ ਮੈਂ ਅਤੇ। ਨਾਲੇ ਜਦੋਂ ਉਹਨੇ ਵੇਖ ਲਿਆ ਉਹ ਹੈਰਾਨ ਹੋ ਗਿਆ ਜੀ, ਅੱਛਾ ਮੇਰੇ ਪਿਛਲੇ ਜਨਮਾਂ ਬਾਰੇ ਵੀ ਦੱਸ ਦਿੱਤਾ ਜੀ। ਹਾਂਜੀ। ਕਰ ਵਿਚਾਰ ਔਰ ਇਮ ਠਹਿਰਾਈ। ਉਹਨੇ ਫਿਰ ਆਪਣੇ ਮਨ 'ਚ ਇਹ ਗੱਲ ਪੱਕੀ ਕਰ ਲਈ ਜੀ, ਜਾਨੋ ਬਨੈ ਗੁਰੂ ਸ਼ਰਣਾਈ। ਵੀ ਜੇ ਮੈਂ ਪਿਛਲੇ ਜਨਮਾਂ ਵਿੱਚ ਵੀ ਗੁਰੂ ਦਾ ਸਾਂ ਤੇ ਹੁਣ ਵੀ ਮੈਨੂੰ ਗੁਰੂ ਦਾ ਹੀ ਬਣਨਾ ਚਾਹੀਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਚੇਤਾ ਰੱਖਿਓ ਆਪਾਂ ਪਿਛਲੇ ਜਨਮਾਂ ਦੇ ਵੀ ਗੁਰੂ ਦੇ ਹੀ ਸਾਂ ਦੇ। ਕਦੀ ਇਸ ਗੱਲ ਨੂੰ ਸੋਚ ਕੇ ਸ਼ੁਕਰ ਕਰਿਆ ਕਰੋ, ਮਹਾਰਾਜ ਸ਼ੁਕਰ ਹੈ ਸਾਡਾ, ਵਾਹਿਗੁਰੂ ਸ਼ੁਕਰ ਹੈ ਤੁਹਾਡਾ, ਮਹਾਰਾਜ ਸਾਨੂੰ ਮਾੜੇ ਪਾਸੇ ਨਹੀਂ ਤੁਸੀਂ ਜਾਣ ਦਿੱਤਾ। ਭਾਈ ਬਹਿਲੋ ਜੀ ਨੇ ਸੋਚ ਲਿਆ ਵੀ ਮੈਨੂੰ ਮਹਾਰਾਜ ਦੀ ਹਾਜ਼ਰੀ 'ਚ ਜਾਣਾ ਚਾਹੀਦਾ ਹੈ। ਹਾਂਜੀ। ਜੇ ਅਬ ਭਾਗ ਜਗੋ ਕੁਛ ਮੋਰੇ, ਮਿਟੈ ਜਗਤ ਬੰਧਨ ਦੁਖ ਘੋਰੇ। ਜੋ ਚਿੱਠੀ 'ਚ ਸੀ ਜੇ ਉਹ ਵਾਕਈ ਸੱਚ ਹੈ ਤੇ ਹੁਣ ਫਿਰ ਮੈਂ ਸਮਝ ਸਕਦਾ ਵੀ ਮੇਰੇ ਸੁੱਤੇ ਹੋਏ ਭਾਗ ਜਾਗ ਗਏ ਨੇ। ਪ੍ਰਾਪਤੀ ਨਹੀਂ ਸੀ ਹੋਈ, ਲੋਕ ਬਹੁਤ ਮੱਥਾ ਟੇਕਦੇ ਸਨ, ਪ੍ਰਾਪਤੀ ਨਹੀਂ ਸੀ ਹੋਈ। ਅਸਲ ਵਿੱਚ ਨਾ ਹਰ ਬੰਦੇ ਨੂੰ ਪਤਾ ਹੈ ਕਿ ਮੈਂ ਕਿੱਥੇ ਕੁ ਖਲੋਤਾ ਹੋਇਆ ਹਾਂ। ਚੇਤਾ ਰੱਖੋ, ਨਾਮ ਜਪਣ ਵਾਲੇ ਅਭਿਆਸੀਆਂ ਨੂੰ ਵੀ ਪਤਾ ਹੁੰਦਾ ਹੈ ਮੇਰੀ ਅਵਸਥਾ ਕਿੱਥੇ ਕੁ ਪਹੁੰਚ ਗਈ ਹੈ। ਜਿਹੜਾ ਬਾਹਰੋਂ ਦਿਖਾਵਾ ਕਰਦਾ ਹੈ, ਅੰਦਰੋਂ ਖਾਲੀ ਹੁੰਦਾ ਹੈ, ਉਹਨੂੰ ਵੀ ਪਤਾ ਹੁੰਦਾ ਹੈ ਮੇਰਾ ਬਾਹਰ ਦਾ ਵਿਖਾਵਾ ਹੈ, ਅੰਦਰੋਂ ਮੈਂ ਕੀ ਹਾਂ, ਅੰਦਰੋਂ ਮੈਂ ਖਾਲੀ ਹਾਂ, ਇਹ ਉਹਨੂੰ ਵੀ ਪਤਾ ਹੁੰਦਾ ਹੈ। ਹਰ ਬੰਦੇ ਨੂੰ ਪਤਾ ਹੁੰਦਾ ਹੈ। ਭਾਈ ਬਹਿਲੋ ਨੂੰ ਲੱਗਾ ਹੁਣ ਮੇਰੇ ਤੇ ਕਿਰਪਾ ਹੋ ਜਾਏਗੀ। ਭਾਈ ਬਹਿਲੋ ਜੀ ਕਹਿੰਦੇ ਹੁਣ ਮੇਰੇ ਸੁੱਤੇ ਭਾਗ ਜਾਗ ਹੀ ਗਏ ਆ ਤੇ ਹੁਣ ਮੈਨੂੰ ਜਾਣਾ ਚਾਹੀਦਾ ਹੈ। ਹਾਂਜੀ। ਜਿਸ ਹਿਤ ਮੁਨ ਜਨ ਕਰੈ ਉਪਾਏ, ਰਾਜ ਵਿਭੂਤ ਤਾ ਜੈ ਸਮੁਦਾਏ। ਪਰ ਕਰਨ ਕੀ ਕਹਿਣ ਲੱਗੇ, ਜਿਹਦੇ ਵਾਸਤੇ ਨਾਮ ਦੀ ਦਾਤ ਵਾਸਤੇ ਵੱਡੇ ਵੱਡੇ ਤਰਸਦੇ ਹੈ, ਗੁਰੂ ਅਰਜਨ ਸਾਹਿਬ ਮੈਨੂੰ ਆਪ ਸੱਦ ਰਹੇ ਹੈ। ਹਾਂਜੀ। ਅਨਿਕ ਭਾਂਤ ਕੇ ਤਪ ਕਹੋ ਤਾਪਤ, ਕਰੈ ਜੋਗ ਜਿਸ ਹਿਤ ਦੋਹ ਪ੍ਰਾਪਤ। ਸੁਨ ਬਨਿਤਾ ਕੋ ਤਿਆਗੈ ਮੋਹ, ਵਿਚਰੈ ਸਦਾ ਇਕਾਕੀ ਹੋ। ਅਨੇਕਾਂ ਲੋਕ ਤਪ ਤਾਪਦੇ ਹੈ ਨਾਮ ਦੀ ਦਾਤ ਲੈਣ ਵਾਸਤੇ, ਉਹ ਹੁਣ ਮੈਨੂੰ ਮਿਲਣ ਲੱਗੀ ਹੈ। ਫਿਰ ਕੀ ਕੀਤਾ, ਸੁਤ ਬਨਤਾ ਕੋ ਤਿਆਗੈ ਮੋਹ। ਆਪਣੀ ਧੀ, ਵਾਹਿਗੁਰੂ ਆਪਣੇ ਪੁੱਤਰ, ਆਪਣੀ ਪਤਨੀ, ਸਾਰਿਆਂ ਦਾ ਮੋਹ ਛੱਡ ਦਿੱਤਾ। ਹਾਂਜੀ। ਨੇਤਾ ਪ੍ਰਤ ਮੈਂ ਪੂਜਕ ਸਰਵਰ। ਪਰ ਫਿਰ ਸੋਚਦੇ ਆ ਮਨਾ ਮੇਰੀ ਤੇ ਪੂਜਾ ਹੁੰਦੀ ਹੈ, ਉੱਥੇ ਜਾਵਾਂਗਾ ਇੱਕ ਸਿੱਖ ਬਣ ਕੇ ਰਹਿਣਾ ਪੈਣਾ ਮੈਨੂੰ, ਇੱਥੇ ਮੈਂ ਆਪ ਹੀ ਗੁਰੂ ਹੈਗਾ, ਆਪ ਹੀ ਮਾਲਕ ਹੈਗਾ। ਅਨੁਸਾਰੀ ਮੇਰੇ ਹੈ ਬਹੁ ਨਰ, ਹਾਂਜੀ। ਅਬ ਮੈਂ ਗਮਨੋ ਸਤਿਗੁਰ ਪਾਸ। ਪਰ ਫਿਰ ਉਹ ਅੰਦਰ ਜਿਹੜਾ ਦੋ ਮਨ ਨੇ ਅੰਦਰ ਪਿਆਰੇ, ਉਹ ਚੇਤੇ ਰੱਖਿਓ। ਇੱਕ ਮਨ ਕਹਿੰਦਾ ਹੈ ਗਲਤ ਕੰਮ ਕਰ ਜਾ, ਤੈਨੂੰ ਕੋਈ ਨਹੀਂ ਵੇਖ ਰਿਹਾ। ਦੂਜਾ ਕਹਿੰਦਾ ਨਾ ਨਾ ਗਲਤੀ ਨਾ ਕਰੀ, ਬਾਹਰੋਂ ਨਹੀਂ ਕੋਈ ਵੇਖ ਰਿਹਾ, ਰੱਬ ਤੇ ਵੇਖ ਰਿਹਾ ਨਾ। ਇਹ ਦੋ ਮਨ ਨੇ। ਜਿਹਦੇ ਭਾਗ ਚੰਗੇ ਹੁੰਦੇ ਨਾ, ਉਹ ਮਾੜੇ ਮਨ ਨੂੰ ਛੱਡਦਾ, ਚੰਗੇ ਮਨ ਦੀ ਗੱਲ ਸੁਣ ਲੈਂਦਾ। ਭਾਈ ਬਹਿਲੋ ਜੀ ਨੇ ਮਾੜੇ ਦੀ ਗੱਲ ਛੱਡੀ, ਵੀ ਛੱਡੋ ਪਰਾਂ ਪੂਜਾ ਨੂੰ, ਹੁਣ ਮੈਂ ਸਤਿਗੁਰੂ ਦੇ ਚਰਨਾਂ 'ਚ ਜਾਵਾਂਗਾ। ਹਾਂਜੀ। ਪਰੋਂ ਸ਼ਰਨ ਕਰਕੇ ਅਰਦਾਸ, ਮੈਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪੈ ਹੀ ਜਾਵਾਂਗਾ ਜਾ ਕੇ। ਫਿਰ ਕੀ ਹੈ, ਜੇ ਇੱਥੇ ਪੂਜਾ ਹੁੰਦੀ ਹੈ ਉੱਥੇ ਸੇਵਕ ਬਣ ਕੇ ਰਹਿ ਲਵਾਂਗਾ। ਤਹਿ ਗਮਨੇ ਮਮ ਸ਼੍ਰੇ ਜੋ ਹੈ। ਕਿਉਂ? ਉੱਥੇ ਜਾਣ ਵਿੱਚ ਮੇਰਾ ਭਲਾ ਹੋਏਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਆਹ ਗੱਲ ਬੜੀ ਵੱਡੀ 'ਚ ਸੰਗਤ ਜੀ, ਇਹ ਬੁੱਧੀ ਸਾਰਿਆਂ ਕੋਲ ਨਹੀਂ ਹੁੰਦੀ। ਇਹ ਕੰਮ ਵਿੱਚ ਮੇਰਾ ਭਲਾ ਹੋਏਗਾ। ਭਾਈ ਬਹਿਲੋ ਜੀ ਕਹਿੰਦੇ ਉੱਥੇ ਜਾਣ 'ਚ ਮੇਰਾ ਭਲਾ ਹੈ।
ਹਾਂਜੀ। ਤਉ ਸਰਵਰ ਮੁਝ ਕੁਛ ਨ ਕਹੈ। ਤੇ ਜੇ ਉੱਥੇ ਜਾਣ 'ਚ ਮੇਰਾ ਭਲਾ ਹੈ, ਤੇ ਜੇ ਮੈਂ ਸਰਵਰੀਏ ਨੂੰ ਛੱਡ ਵੀ ਦਿੱਤਾ ਪੀਰ ਨੂੰ, ਪੀਰ ਮੇਰਾ ਫਿਰ ਕੁਝ ਨਹੀਂ ਵਿਗਾੜ ਸਕਦਾ ਜੀ। ਹਾਂਜੀ। ਪੂਰਬ ਕਰਮਨ ਕੋ ਸ਼ੁਭ ਫਲੇ। ਜੋ ਮੈਂ ਪਿਛਲੇ ਜਨਮਾਂ ਦਾ ਪੜ੍ਹਿਆ, ਜੇ ਉਹ ਸਭ ਕੁਝ ਸੱਚ ਹੈ, ਤੇ ਮੇਰੀ ਫਿਰ ਪਿਛਲੀ ਜਨਮ ਦੀ ਭਗਤੀ ਨੂੰ ਫਲ ਲੱਗਣ ਲੱਗਾ। ਅਸ ਗਾਇਨੰਦ ਸਤਿਗੁਰ ਜੇ ਮਿਲੇ। ਜੇ ਇਹੋ ਜੇ ਮੈਨੂੰ ਗੁਰੂ ਜੀ ਮਿਲ ਜਾਣ, ਮੈਨੂੰ ਹੋਰ ਕੀ ਚਾਹੀਦਾ ਹੈ। ਪਰ ਚੇਤਾ ਰੱਖਿਓ, ਮੈਂ ਫਿਰ ਬੇਨਤੀ ਕਰਨ ਲੱਗਾ, ਇਹ ਸਭ ਕੁਝ ਉਦੋਂ ਹੀ ਸੋਚਾਂ ਬੰਦੇ ਦੇ ਮਨ ਵਿੱਚ ਆਉਂਦੀਆਂ 'ਚ ਜਦੋਂ ਬੰਦੇ ਦੀ ਕਿਸਮਤ ਜਾਗਦੀ ਹੈ। ਸਮਾਂ ਨਾ ਆਵੇ, ਭਾਗ ਸਾਥ ਨਾ ਦੇਣ, ਬੰਦਾ ਚੰਗਾ ਸੋਚਦਾ ਹੀ ਨਹੀਂ ਹੈ। ਮਨਾ ਮੈਂ ਸੰਗਤ ਵਿੱਚ ਜਾਵਾਂ, ਮਨਾ ਮੈਂ ਨਿਤਨੇਮ ਕਰਾਂ, ਮਨਾ ਘੜੀ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਾਂ, ਇਹ ਸਮਝੋ ਚੰਗੀ ਕਿਸਮਤ ਸ਼ੁਰੂ ਹੋ ਗਈ ਹੈ ਬੰਦੇ ਦੀ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ, ਦਿਨ ਚੰਗੇ ਆਉਣੇ ਸ਼ੁਰੂ ਹੋ ਗਏ ਨੇ। ਹਾਂਜੀ। ਤਹਾਂ ਗਏ ਜੇ ਨਹਿ ਕਲਿਆਣ, ਤਉ ਮੁਝ ਕੋ ਨਿਜ ਸੇਵਕ ਜਾਨ। ਹਾਂਜੀ। ਗਮਨਤ ਕਰੈ ਬਿਗਨ ਸਮੁਦਾਏ, ਕਹਿ ਸੁਪਨੇ ਮੈਂ ਕਛੂ ਜਨਾਏ। ਹੁਣ ਕਹਿਣ ਲੱਗੇ ਉਹ ਸਰਵਰੀਏ ਦਾ ਪੱਖ ਵੀ ਰੱਖਣਾ ਸੀ। ਕਹਿਣ ਲੱਗੇ ਜੇ ਤੇ ਮੈਂ ਵਾਕਈ ਸਰਵਰੀਏ ਦਾ ਸੇਵਕ ਹਾਂ, ਸਰਵਰੀਏ ਸਖੀ ਸਰਵਰ ਵਿੱਚ ਤਾਕਤ ਹੈ, ਨਗਾਏ ਵਾਲੇ ਪੀਰ ਵਿੱਚ ਤਾਕਤ ਹੈ, ਤੇ ਜਦੋਂ ਮੈਂ ਗੁਰੂ ਸਾਹਿਬ ਦੇ ਘਰ ਜਾਣਾ, ਉਹ ਰਸਤੇ 'ਚ ਮੈਨੂੰ ਕਿਸੇ ਤਰੀਕੇ ਨਾਲ ਰੋਕ ਲਵੇ, ਕੋਈ ਰੁਕਾਵਟ ਪਾ ਦੇਵੇ, ਜਾਂ ਸੁਪਨੇ 'ਚ ਆ ਕੇ ਦੱਸ ਦੇਵੇ ਮੈਨੂੰ ਕੁਛ। ਹਾਂਜੀ। ਕਹਿਓ ਬਹੁਤ ਗੁਰ ਸਿੱਖ ਨੇ ਤਾਹੇ, ਨਿਸ਼ਚੈ ਤੁਰਕ ਕਹਾਂ ਤਜ ਨਾਹੇ। ਤੇ ਸਿੱਖ ਨੇ ਵੀ ਅੱਗੋਂ ਫਿਰ ਕਿਹਾ, ਕਹਿਣ ਲੱਗੇ ਵੀ ਤੂੰ ਤੁਰਕ ਦਾ ਨਿਸ਼ਚਾ ਛੱਡ ਦੇ, ਤੂੰ ਵਾਕਈ ਗੁਰੂ ਦਾ ਸਿੱਖ ਹੈ ਪਿਛਲੇ ਜਨਮਾਂ ਦਾ। ਚਿਰੰਕਾਲ ਕੋ ਸੇਵਕ ਤਾਂ ਕੋ, ਜਾਨੋ ਪੂਰਬ ਸਮ ਤਿਹ ਤਾਂ ਕੋ। ਤਾਈਓ ਮਹਾਰਾਜ ਨੇ ਤੈਨੂੰ ਲਿਖ ਕੇ ਭੇਜਿਆ, ਜੇ ਤੂੰ ਪਿਛਲੇ ਜਨਮਾਂ ਦਾ ਸੇਵਕ ਹੈ ਤੇ। ਇਮ ਮਨ ਠਾਨ ਚੱਲਿਓ ਘਰ ਤਿਆਗ, ਜਿਸਕੇ ਭਾਲ ਬੜੇ ਵੱਡ ਭਾਗ। ਗੱਜ ਕੇ ਆਖੋ। ਲਓ ਜੀ, ਉਸ ਸਿੱਖ ਦੀ ਗੱਲ ਸੁਣ ਕੇ ਭਾਈ ਬਹਿਲੋ ਦੇ ਦਿਨ ਚੰਗੇ ਹੋ ਗਏ। ਭਾਈ ਬਹਿਲੋ ਜੀ ਨੇ ਸਭ ਕੁਝ ਛੱਡ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਵੱਲ ਜਾਣ ਦਾ ਫੁਰਨਾ ਬਣਾ ਲਿਆ ਜੀ। ਇਮ ਮਨ ਠਾਨ ਚੱਲਿਓ ਘਰ ਤਿਆਗ, ਜਿਸਕੇ ਭਾਗ ਜਗੇ ਵੱਡ ਭਾਗ। ਬਾਮ ਦਾਹਨੇ ਸਨਮੁਖ ਸਾਰੇ, ਸੁੰਦਰ ਭਏ ਸ਼ਗੁਨ ਸੁਖ ਵਾਰੇ। ਖੱਬੇ ਸੱਜੇ ਸਾਹਮਣੇ ਸ਼ੁਭ ਸਗਨ ਹੋਏ ਜੀ। ਗੱਜ ਕੇ ਆਖੋ ਵਾਹਿਗੁਰੂ। ਚਲੋ ਪਿੰਡ ਦੇ ਵਿੱਚ ਮੰਨਦੇ ਆ, ਪਿੰਡਾਂ 'ਚ ਅੱਗੋਂ ਬਿੱਲੀ ਲੰਘ ਗਈ, ਨਹੀਂ ਜਾਣਾ ਕਿਤੇ, ਹੈਂ, ਆਹ ਅੱਖ ਫੜਕ ਗਈ, ਆਹ ਅੱਖ ਫੜਕ ਗਈ, ਇੰਝ ਹੋ ਜਾਏਗਾ, ਇੰਝ ਹੋ ਜਾਏਗਾ। ਉਹ ਜੋ ਚੰਗੇ ਸਗਨ ਸਨ ਨਾ, ਉਹ ਹੋਏ ਜੀ। ਗੁਰੂ ਕਾ ਸਿੱਖ ਤੇ ਨਹੀਂ ਮੰਨਦਾ, ਪਰ ਉਹ ਉਦੋਂ ਮੰਨਦਾ। ਭਾਈ ਪਹਿਲੋ ਜੀ ਮੰਨਦੇ ਸਨ। ਸ਼੍ਰੀ ਪਰਮੇਸ਼ਰ ਸਭ ਜਗ ਦਾਨੀ, ਆਪਣੇ ਪਰ ਕਰੁਣਾ ਤਿਸ ਜਾਨੀ। ਉਹਨੇ ਸੋਚਿਆ ਵੀ ਹੁਣ ਤੇ ਸਗਨ ਵੀ ਚੰਗੇ ਹੋਣ ਲੱਗ ਪਏ ਨੇ, ਮੈਂ ਸਮਝ ਸਕਦਾ ਵੀ ਰੱਬ ਮੇਰੇ ਤੇ ਦਿਆਲੂ ਹੈ, ਤਾਈਓ ਮੈਂ ਮਹਾਰਾਜ ਦੀ ਹਜ਼ੂਰੀ 'ਚ ਜਾ ਰਿਹਾ। ਹਾਂਜੀ। ਤਉ ਪੀਰਾਈ ਪੇਸ ਧਰਿਓ ਹੈ, ਔਰ ਵਿਚਾਰ ਇਮ ਪ੍ਰਣਹਿ ਕਰਿਓ ਹੈ। ਪਰ ਫਿਰ ਵੀ ਕੀ ਕਰਨ, ਉਹ ਜਿਹੜਾ ਹਰੇ ਰੰਗ ਦਾ ਚੋਲਾ ਪਾਇਆ, ਹਰੇ ਰੰਗ ਦੀ ਪੱਗ ਬੰਨੀ ਹੈ, ਹੱਥ 'ਚ ਖੁੰਡੀ ਫੜੀ ਹੈ, ਉਹ ਨਹੀਂ ਛੱਡਣ ਨੂੰ ਤਿਆਰ ਮਨ, ਦੂਜਾ ਮਨ। ਫਿਰ ਉਹਨਾਂ ਸੋਚਿਆ, ਸਤ ਦਰਵ ਸਲਿਤਾ ਲਗ ਅਸ ਭੇਸ, ਨਿਜ ਸਰੀਰ ਮੈਂ ਧਰੋਂ ਅਸ਼ੇਸ਼। ਵੀ ਮੈਂ ਇਹ ਕੱਪੜੇ ਸਤਲੁਜ ਦਰਿਆ ਤੱਕ ਪਾਵਾਂਗਾ, ਹਰੇ ਰੰਗ ਦੇ ਕੱਪੜੇ, ਢੋਲ ਗਲ 'ਚ ਪਾਵਾਂਗਾ, ਪੱਗ ਬੰਨਾਂਗਾ, ਸਾਰੇ ਪਿੰਡ ਨੂੰ ਦੱਸ ਕੇ ਜਾਵਾਂਗਾ। ਹਾਂਜੀ। ਤਹਿ ਲਓ ਸਰਵਰ ਮੋਹਿ ਹਟਾਏ। ਜੇ ਦਰਿਆ ਤੱਕ ਜਾਂਦਿਆਂ ਜਾਂਦਿਆਂ ਤੱਕ ਨਗਾਏ ਵਾਲੇ ਪੀਰ ਨੇ ਮੈਨੂੰ ਰੋਕ ਲਿਆ, ਤਉ ਹਟ ਆਉ ਨਾ ਗੁਰੂ ਢਿਗ ਜਾਏ। ਮੈਂ ਵਾਪਸ ਆ ਜਾਵਾਂਗਾ ਤੇ ਗੁਰੂ ਕੋਲ ਨਹੀਂ ਜਾਵਾਂਗਾ। ਦਰਿਆ ਤੱਕ ਜਾਂਦਿਆਂ ਤੱਕ ਰੋਕ ਲਿਆ ਤੇ ਰੁਕ ਜਾਵਾਂਗਾ। ਹਾਂਜੀ।
ਰਾਹੋਂ ਅਬਿਗਨ ਅਸੁਪਨ ਜੇ ਚਲਤਾ। ਪਰ ਜੇ ਕੋਈ ਵਿਗਨ ਹੀ ਨਾ ਪਿਆ, ਪੀਰ ਰੋਕ ਹੀ ਨਾ ਸਕਿਆ, ਹਾਂਜੀ, ਤਉ ਨਿਜ ਭੇਸ ਅਰਪਹੁ ਸਲਿਤਾ। ਫਿਰ ਆ ਕੱਪੜੇ ਲਾ ਕੇ ਦਰਿਆ 'ਚ ਸੁੱਟ ਦਿਆਂਗਾ। ਗੱਜ ਕੇ ਆਖੋ ਵਾਹਿਗੁਰੂ। ਫਿਰ ਆ ਕੱਪੜੇ ਲਾ ਕੇ ਦਰਿਆ 'ਚ ਸੁੱਟ ਦਿਆਂਗਾ। ਹਾਂਜੀ, ਇਮ ਮਮ ਧਾਰ ਚੱਲਿਓ ਮਗ ਮਾਹੇ। ਉਹ ਢੋਲ ਵਜਾਉਂਦਾ ਵਜਾਉਂਦਾ ਸਾਰੇ ਪਿੰਡ ਨੂੰ ਇਕੱਠਾ ਕਰ ਲਿਆ। ਲੋਕੋ, ਮੈਂ ਗੁਰੂ ਅਰਜਨ ਸਾਹਿਬ ਕੋ ਚੱਲਾਂ। ਜੇ ਪੀਰ 'ਚ ਤਾਕਤ ਹੈ, ਪੀਰ ਮੈਨੂੰ ਦਰਿਆ ਤੱਕ ਰੋਕ ਲਵੇ। ਢੋਲ ਵਜਾਉਂਦੇ ਵਜਾਉਂਦੇ ਤੁਰ ਪਏ। ਔਰ ਦੁਚਿਤਾ ਮਨ ਕੋ ਥਿਤ ਨਾਹੇ। ਮਨ ਵਿੱਚ ਦੁਚਿੱਤੀ ਤਾਂ ਹੈ ਸੀ ਵੀ ਜੇ ਪੀਰ ਦਾ ਤੇ ਪੀਰ ਰੋਕੇ। ਹਾਂਜੀ, ਸਨੈ ਸਨੈ ਸਤਦਰਵ ਤਟ ਆਇਓ। ਢੋਲ ਵਜਾ ਰਹੇ ਪਿੰਡ ਵਾਲੇ ਮਗਰ ਨੇ, ਪਰ ਢੋਲ ਵਜਾਉਂਦੇ ਵਜਾਉਂਦਿਆਂ ਤੱਕ ਸਤਲੁਜ ਤੱਕ ਆ ਗਏ। ਪੀਰ ਆਇਆ ਹੀ ਨਹੀਂ, ਪੀਰ ਬੌੜਿਆ ਹੀ ਨਹੀਂ। ਹਾਂਜੀ, ਕਰ ਇਸ਼ਨਾਨ ਅਸਨ ਕੁਛ ਖਾਇਓ। ਫਿਰ ਉਹਨੇ ਇਸ਼ਨਾਨ ਕੀਤਾ, ਭੋਜਨ ਛਕਿਆ ਤੇ ਕੱਪੜੇ ਬਦਲ ਲਏ ਜੀ। ਹਾਂਜੀ, ਤਰੀ ਤੀਰ ਥਿਤ ਪਿਖ ਕਰ ਤਿਆਰ। ਹਾਂਜੀ। ਚੜ ਬੈਠਿਓ ਉਲੰਘਨ ਹਿਤ ਪਾਰ। ਤੇ ਬੇੜੀ ਖਲੋਤੀ ਸੀ ਤੇ ਉਹ ਕੱਪੜੇ ਲਾ ਦਿੱਤੇ। ਆਮ ਵਿਅਕਤੀਆਂ ਵਾਲੇ ਕੱਪੜੇ ਪਾ ਕੇ ਬੇੜੀ 'ਚ ਬਹਿ ਗਏ ਜੀ। ਹਾਂਜੀ, ਜਬ ਪ੍ਰਵਾਹ ਮੈਂ ਨੌਕਾ ਆਈ। ਜਦੋਂ ਦਰਿਆ ਦੇ ਵਿੱਚ ਘਰ ਬੇੜੀ ਆ ਗਈ ਨਾ, ਹਾਂਜੀ, ਖੂੰਡੀ ਖਲਰਾ ਦੀਨ ਬਹਾਈ। ਫਿਰ ਉਹਨੇ ਸਭ ਨੂੰ ਵਿਖਾ ਕੇ ਖੁੰਡੀ, ਉਹ ਪੱਗ ਹਰੇ ਰੰਗ ਵਾਲੀ, ਹਰੇ ਰੰਗ ਦਾ ਚੋਲਾ, ਸਭ ਕੁਝ ਵਗਾ ਕੇ ਦਰਿਆ 'ਚ ਮਾਰਿਆ ਜੀ। ਹਾਂਜੀ, ਸੰਸੈ ਸ਼ੋਰ ਏਕ ਦਿਸ਼ ਹੋਵਾ। ਫਿਰ ਸ਼ੰਕਾ ਛੱਡ ਦਿੱਤਾ ਤੇ ਮਨ ਕਿੱਧਰ ਜੋੜ ਲਿਆ? ਸਤਿਗੁਰੂ ਜੀ ਦੇ ਚਰਨਾਂ ਵਿੱਚ ਜੀ। ਪਿਛਲੇ ਜਨਮਾਂ ਦੇ ਸਨ ਨਾ, ਸੱਦ ਲਿਆ ਮਹਾਰਾਜ। ਕੂਰ ਤੁਰਕ ਕੋ ਮਾਨਨ ਜੋਵਾ। ਬਸ ਫਿਰ ਸਮਝ ਲਿਆ ਅੱਜ ਤੱਕ ਮੈਂ ਗਲਤ ਪਾਸੇ ਹੀ ਲੱਗਾ ਰਿਹਾ। ਜਿੱਧਰ ਆਉਣਾ ਸੀ ਉਧਰ ਤੇ ਹੁਣ ਜਾ ਰਿਹਾ। ਹਾਂ, ਵੱਡੇ ਪ੍ਰਵਾਹ ਵਿੱਚ ਸੋ ਗੇਰਾ। ਵੱਡੇ ਪ੍ਰਵਾਹ ਦੇ ਵਿੱਚ ਸਾਧ ਸੰਗਤ ਜੀ, ਉਹਨੇ ਖਲ ਦੀ ਝੋਲੀ, ਫਿਰ ਢੋਲ ਖੁੰਡੀ, ਸਭ ਕੁਝ ਵਗਾ ਦਿੱਤਾ ਜੀ। ਦ્વੈ ਕਰ ਬੰਦ ਨਿਮਿਓ ਤਿਸ ਬੇਰਾ। ਤੇ ਸਾਧ ਸੰਗਤ ਜੀ ਦੋਵੇਂ ਹੱਥ ਜੋੜ ਲਏ ਤੇ ਮੁਖ ਫਿਰ ਸਤਿਗੁਰਾਂ ਦੇ ਵੱਲ ਕਰ ਲਿਆ। ਹਾਂਜੀ, ਚਿਤ ਮੈਂ ਨਿਸ਼ਚੈ ਕਰ ਧਰ ਆਸ। ਇੱਕ ਮਨ ਹੋਏ ਗਮਨਿਓ ਗੁਰ ਪਾਸ। ਇੱਕ ਮਨ ਇੱਕ ਚਿੱਤ ਹੋ ਕੇ ਆਸ ਮਨ 'ਚ ਰੱਖੀ, ਗੁਰੂ ਜੀ ਮੇਰਾ ਕਲਿਆਣ ਕਰਨਗੇ। ਭਾਈ ਬਹਿਲੋ ਜੀ ਸਤਿਗੁਰੂ ਜੀ ਦੇ ਵਾਲੇ ਪਾਸੇ ਹੋ ਗਏ। ਕ੍ਰਮ ਕ੍ਰਮ ਪੰਥ ਉਲੰਘਿਓ ਸਾਰਾ। ਹੌਲੀ ਹੌਲੀ ਕਰਦਿਆਂ ਕਰਦਿਆਂ ਸਾਰਾ ਪੈਂਡਾ ਭਾਈ ਬਹਿਲੋ ਜੀ ਦਾ ਤੈਅ ਕਰ ਗਏ। ਆਏ ਪਹੁੰਚਿਓ ਗੁਰ ਦਰਬਾਰਾ। ਅੰਮ੍ਰਿਤਸਰ ਆ ਗਏ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੋਏ ਹਨ। ਬੈਠੇ ਜਿਹਠਾਂ ਪੁਰਖ ਕਿਰਪਾਲ। ਜਿੱਥੇ ਕਿਰਪਾਲੂ ਪੁਰਖ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਕਹੋ ਸਾਰੇ ਪ੍ਰੇਮ ਨਾਲ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬੈਠੇ ਹਨ, ਕਰਹਿ ਖਨਾਵਨ ਅੰਮ੍ਰਿਤ ਤਾਲ। ਜਿੱਥੇ ਬੈਠ ਕੇ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਕਰਵਾ ਰਹੇ ਨੇ। ਦੋਨੋਂ ਹਾਥ ਜੋਰ ਹੋਏ ਦੀਨ। ਬਸ ਉੱਥੇ ਭਾਈ ਬੈਲੋ ਜੀ ਪਹੁੰਚ ਗਏ, ਦੋਵੇਂ ਹੱਥ ਜੋੜ ਲਏ। ਹਾਂਜੀ, ਪਰਮ ਪ੍ਰੇਮ ਤੇ ਬੰਧਨ ਕੀਨ। ਦਰਸ਼ਨ ਕੀਤੇ। ਦਰਸ਼ਨ ਕਰਦਿਆਂ ਕਰਦਿਆਂ ਇਉਂ ਲੱਗਾ ਜਿਵੇਂ ਵਾਕਈ ਜਨਮਾਂ ਜਨਮਾਂ ਦਾ ਵਿਛੜਿਆ ਅੱਜ ਮੈਂ ਮਿਲਿਆ ਹਾਂ। ਮੱਥਾ ਟੇਕਿਆ, ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਤੁਸੀਂ ਵੀ ਰੱਖੋ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਨਿਜ ਸੇਵਕ ਲਖ ਲੀਨ ਬੁਲਾਈ। ਮੈਂ ਅਗਿਆਨੀ ਲਖੋ ਨਾ ਕਾਈ। ਆਖਿਆ ਮਹਾਰਾਜ ਮੇਰੇ ਤੇ ਆਪ ਨੇ ਬੜੀ ਕਿਰਪਾ ਕੀਤੀ, ਮੈਨੂੰ ਆਪਣਾ ਸੇਵਕ ਜਾਣ ਕੇ ਬੁਲਾ ਲਿਆ ਜੀ। ਮੈਂ ਤੇ ਅਗਿਆਨੀ ਸਾਂ ਮਹਾਰਾਜ, ਮੈਂ ਸਮਝ ਨਾ ਸਕਿਆ। ਇਹ ਤੀਜਾ ਸੱਦਾ ਸੀਗਾ ਮਹਾਰਾਜ ਦਾ ਜੀ। ਹਾਂਜੀ, ਬਿਰਦ ਗਰੀਬ ਨਿਵਾਜ ਤੁਮਾਰੇ। ਸ਼ਰਨਾਗਤ ਕੇ ਨਿਤ ਰਖਵਾਰੇ। ਰਾਵਰ ਕੇਰ ਆਸਰੇ ਆਏ।
ਕੋਟ ਜਨਮ ਨਿਤ ਸੰਕਟ ਪਾਏ। ਹੇ ਸੱਚੇ ਪਾਤਸ਼ਾਹ, ਮੈਂ ਹੁਣ ਆਪ ਜੀ ਦੀ ਸ਼ਰਨ ਚ ਆ ਗਿਆ, ਹੁਣ ਨਹੀਂ ਮੈਂ ਕਿਤੇ ਜਾਣਾ, ਹੁਣ ਮੇਰਾ ਕੋਈ ਹੋਰ ਨਹੀਂ ਹੈ, ਹੁਣ ਜੋ ਵੀ ਹੋ ਮੇਰੇ ਤੁਸੀਂ ਹੋ। ਪਹਿਲੇ ਦਿਨ ਆਏ ਸਤਿਗੁਰਾਂ ਦੇ ਹੋ ਕੇ ਰਹਿ ਗਏ ਜੀ, ਅਵਸਥਾ ਬਣ ਗਈ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਜਿੰਨੇ ਬੈਠੇ ਨਾ ਆਪ ਜੀ, ਜਿੰਨੇ ਬੈਠੇ ਅੱਖਾਂ ਬੰਦ ਕਰ ਲਓ, ਲਾ ਲਓ ਜ਼ੋਰ ਜਿੰਨਾ ਹੈਗਾ ਜੀ। ਭਾਈ ਬਹਿਲੋ ਜੀ ਨੂੰ ਸਮਝ ਆ ਗਈ, ਅਸੀਂ ਵੀ ਆਪਣੇ ਮਨ ਨੂੰ ਸਮਝਾਈਏ, ਆਪਣੇ ਮਨ ਨੂੰ ਸਮਝਾਓ। ਹੇ ਮੇਰੇ ਮਨਾ, ਐਵੇਂ ਇੱਧਰ ਉੱਧਰ ਨਾ ਤੁਰਿਆ ਫਿਰੀ, ਆਪਣੇ ਗੁਰੂ ਨੂੰ ਛੱਡ ਕੇ ਜੇ ਕਿਤੇ ਹੋਰ ਜਾਏਗਾ ਥਾਂ ਨਹੀਂ ਉਹ ਮਿਲਣੀ ਕਿਤੇ। ਇੱਕ ਵਾਰੀ ਗੱਜ ਕੇ ਲਾ ਦਿਓ ਜ਼ੋਰ ਸਾਰਾ, ਪਹਿਲਾਂ 10 ਬੋਲਣ ਗਏ, ਫਿਰ ਤੁਸੀਂ ਸਾਰੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੱਜ ਕੇ ਗੁਰੂ ਬਿਨਾ ਮੈਂ ਨਾਹੀ ਹੋਰ, 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 ਸਤਿਗੁਰੂ ਕਿਰਪਾ ਕਰਨ। ਵਾਕੇ ਗੁਰੂ ਤੋਂ ਬਗੈਰ ਸਾਡਾ ਦੂਜਾ ਰਵੇ ਹੀ ਕੋਈ ਨਾ ਜੀ। ਬਾਬਾ ਫਰੀਦ ਸਾਹਿਬ ਨੇ ਬਹੁਤ ਕਿਰਪਾ ਕੀਤੀ। ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰ ਹੁੰਦੇ। ਕਹਿੰਦੇ ਹੈ ਵਾਹਿਗੁਰੂ, ਹੈ ਪ੍ਰਮਾਤਮਾ, ਤੇਰੇ ਦਰ ਨੂੰ ਛੱਡ ਕੇ ਕਿਤੇ ਹੋਰ ਜਾ ਕੇ ਬਹਿ ਜਾਵਾਂ, ਜੇ ਇਹ ਮੈਨੂੰ ਤੂੰ ਦੇਣਾ ਹੈ ਨਾ, ਇਸ ਦਿਨ ਤੋਂ ਪਹਿਲਾਂ ਮੇਰੇ ਸਰੀਰ ਚੋਂ ਮੇਰੀ ਜ਼ਿੰਦਗੀ ਕੱਢ ਲੈ, ਭਾਵੇਂ ਮੈਨੂੰ ਕਿਤੇ ਹੋਰ ਨਾ ਬਹਿਣਾ ਪਵੇ। ਭਾਈ ਨੰਦ ਲਾਲ ਜੀ ਨੇ ਆਪਣੀ ਵਸੀਅਤ ਲਿਖੀ ਸੀ, ਉਸ ਵਸੀਅਤ 'ਚ ਕਮਾਲ ਦਾ ਬਚਨ ਲਿਖਿਆ। ਉਸ ਵਸੀਅਤ ਵਿੱਚ ਆਪਣੀ ਸਰੀਰ ਦੀ ਰਾਖ ਬਾਰੇ ਹਵਾ ਨੂੰ ਲਿਖਦੇ, ਕਹਿੰਦੇ ਹੇ ਹਵਾ, ਮੇਰੇ ਸਰੀਰ ਦੀ ਜਿਹੜੀ ਧੂੜੀ ਹੈ ਨਾ, ਇਹਨੂੰ ਚੁੱਕ ਕੇ ਤੇ ਗੁਰੂ ਦਰ ਤੇ ਲੈ ਜੀ। ਮੈਂ ਮਰ ਜਾਵਾਂ, ਮੇਰੇ ਸਰੀਰ ਦੀ ਧੂੜ ਹੋ ਜੇ, ਮੈਂ ਨਹੀਂ ਚਾਹੁੰਦਾ ਮੇਰੇ ਛੱਡੇ ਹੋਏ ਸਰੀਰ ਦੀ ਜਿਹੜੀ ਧੂੜੀ ਹੈ
ਉਹ ਵੀ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਜਾਵੇ। ਕਿੰਨੀ ਉਹਨਾਂ ਦਾ ਪ੍ਰੇਮ ਹੋਏਗਾ। ਉਹਨਾਂ ਦੀ ਵਸੀਅਤ ਦਾ ਪੰਜਾਬੀ 'ਚ ਉਲੱਥਾ ਇੱਕ ਕਵੀ ਨੇ ਕੀਤਾ। ਉਹ ਕਹਿੰਦੇ, ਗੁਰੂ ਦਰੋਂ ਨਾ ਚੁੱਕ ਲਿਜਾਈ ਮੇਰੀ ਖਾਕ ਹਵਾਏ। ਹੇ ਹਵਾ, ਮੇਰੇ ਸਰੀਰ ਦੀ ਧੂੜੀ ਨੂੰ ਗੁਰੂ ਦੇ ਘਰੋਂ ਚੁੱਕ ਕੇ ਕਿਤੇ ਹੋਰ ਨਾ ਲੈ ਜੀ, ਨਹੀਂ ਤਾਂ ਮੈਨੂੰ ਲੋਕ ਦੇਣ ਉਲਾਮੇ, ਇਹਨੇ ਥਾਂ ਥਾਂ ਨਿਹੋਂ ਲਗਾਏ। ਲੋਕ ਕਹਿਣਗੇ, ਨੰਦ ਲਾਲ ਜਿਉਂਦਾ ਗੁਰੂ ਦੇ ਚਰਨਾਂ 'ਚ ਪਿਆ ਰਿਹਾ, ਮਰਨ ਤੋਂ ਬਾਅਦ ਧੂੜੀ ਇਹਦੀ ਕਿਤੇ ਹੋਰ ਤੁਰਦੀ ਫਿਰਦੀ ਰਹੀ ਹੈ। ਕਿੰਨਾ ਉਹਨਾਂ ਦਾ ਪਿਆਰ ਹੋਏਗਾ ਜੀ। ਚੇਤਾ ਰੱਖਿਓ, ਜਿਹੜਾ ਸਤਿਗੁਰੂ ਦਾ ਜਿੱਥੇ ਮਰਜ਼ੀ ਭੱਜ ਲਏ, ਮਹਾਰਾਜ ਨੇ ਉਹਨੂੰ ਆਪਣੇ ਚਰਨਾਂ ਵਿੱਚ ਲੈ ਹੀ ਆਉਣਾ ਹੈ ਜੀ। ਭੱਜ ਨਹੀਂ ਸਕਦਾ। ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਸਨ, ਸੰਤਾਂ ਦੇ ਡੰਡੇ ਨਾਲ ਵਾਪਸ ਆ ਜਾਏਗਾ, ਪਰ ਭੱਜ ਨਹੀਂ ਸਕਦਾ ਜੀ, ਭੱਜ ਨਹੀਂ ਸਕਦਾ। ਪਿਛਲੇ ਜਨਮਾਂ 'ਚ ਭੁੱਲ ਹੋ ਗਈ ਸਿਆਲਕੋਟ ਦੇ ਉਸ ਸਿੱਖ ਕੋਲੋਂ। ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾਂ ਲਿਖ ਕੇ ਦਿੱਤਾ ਸੀਗਾ, ਮੂਲੇ ਖੱਤਰੀ ਨੇ, ਜਿਉਣਾ ਝੂਠ ਮਰਨਾ ਸੱਚ। ਮਹਾਰਾਜ ਬੜੇ ਖੁਸ਼ ਹੋਏ, ਨਾਲ ਰਿਹਾ। ਭੁੱਲ ਹੋ ਗਈ, ਪਤਨੀ ਦੀਆਂ ਗੱਲਾਂ 'ਚ ਆ ਕੇ ਗੁਰੂ ਨੂੰ ਛੱਡ ਬੈਠਾ, ਬੇਮੁਖ ਹੋ ਗਿਆ। ਬੇਮੁਖ ਹੋਇਆ, ਜਨਮਾਂ 'ਚ ਭਟਕ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੰਦੇੜ ਦੀ ਧਰਤੀ ਤੇ ਗਏ। ਜਦੋਂ ਮਹਾਰਾਜ ਗਏ, ਜੰਗਲ ਵਿੱਚ ਸ਼ਿਕਾਰ ਕਰਨ ਚਲੇ ਗਏ। ਉੱਥੇ ਖਰਗੋਸ਼ ਬਣ ਕੇ ਅੱਗੇ ਅੱਗੇ ਭੱਜ ਰਿਹਾ ਸੀਗਾ। ਮਹਾਰਾਜ ਨੇ ਕਿਹਾ, ਕਿੱਥੇ ਭੱਜ ਜਾਏਗਾ? ਮਾਰਿਆ ਤੀਰ ਖਰਗੋਸ਼ ਦੇ, ਉਹਦੀ ਜੀਵ ਆਤਮਾ ਨਿਕਲ ਕੇ ਸਤਿਗੁਰੂ ਨੂੰ ਮੱਥਾ ਟੇਕ ਕੇ ਸੱਚਖੰਡ ਚਲੇ ਗਈ। ਸਿੱਖ ਪੁੱਛਦੇ, ਮਹਾਰਾਜ ਕੌਣ ਸੀ? ਮਹਾਰਾਜ ਕਹਿੰਦੇ, ਸਾਡਾ ਹੀ ਸੀ। ਕਹਿਣ ਲੱਗੇ, ਸਾਡਾ ਹੀ ਸੀ। ਵਿਛੜ ਗਿਆ ਸੀਗਾ, ਹੁਣ ਭੱਜਾ ਫਿਰਦਾ ਸੀਗਾ, ਭੱਜਣ ਨਹੀਂ ਸੀ ਦੇਣਾ, ਹੁਣ ਮੁਕਤ ਕਰ ਦਿੱਤਾ ਇਹਨੂੰ। ਗੁਰੂ ਤੋਂ ਬਗੈਰ ਸਾਡਾ ਕੋਈ ਨਹੀਂ ਹੈ ਸਾਧ ਸੰਗਤ ਜੀ। ਇਸ ਕਰਕੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਪੜੋ ਪੰਕਤੀ ਖਿਮਾ ਮੰਗਾ। ਗੁਰੂ ਬਿਨਾ ਮੈਂ ਨਾਹੀਂ ਹੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਮਹਾਰਾਜ ਕਿਰਪਾ ਕਰਨ, ਸਾਡਾ ਹੋਵੇ ਵੀ ਹੋਰ ਕੋਈ। ਤੁਮਹੇ ਛਾੜ ਕੋਈ ਅਵਰ ਨਾ ਧਿਆਓ, ਜੋ ਬਰ ਚਾਹੋ ਸੋ ਤੁਮ ਤੇ ਪਾਓ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਲਈ ਭਾਈ ਬਹਿਲੋ ਜੀ ਨੂੰ ਲੈ ਆਂਦਾ ਮਹਾਰਾਜ ਨੇ। ਸਵਾਰ ਦੇ ਕਿਵੇਂ ਆ ਉਹ ਅੱਗੋਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ ਬਖਸ਼ਿਓ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।